ਨਾਨਾ ਰੂਪ ਨਾਨਾ ਜਾਕੇ ਰੰਗ। ਨਾਨਾ ਦਾ ਮਤਲਬ ਕਈ ਕਿਸਮ ਦੇ, ਅਨੇਕਾਂ ਕਿਸਮ ਦੇ। ਨਾਨਾ ਰੂਪ ਜਿਹਦੇ ਅਨੇਕਾਂ ਰੂਪ ਨੇ ਔਰ ਅਨੇਕਾਂ ਹੀ ਉਹਦੇ ਰੰਗ ਨੇ। ਯਾਨੀ ਸਾਰੇ ਰੂਪ ਰੰਗ ਜਿੰਨੇ ਵੀ ਅਨੇਕਾਂ ਰੂਪ ਨੇ, ਅਨੇਕਾਂ ਰੰਗ ਨੇ, ਉਹ ਸਾਰੇ ਰੱਬ ਦੇ ਹੀ ਰੰਗ ਨੇ, ਰੱਬ ਦੇ ਹੀ ਰੂਪ ਨੇ। ਭਾਵ ਸਰਪਾਂ ਰੰਗਾਂ ਦੇ ਅੰਦਰ ਉਹ ਆਪ ਹੀ ਸਮਾਇਆ ਹੋਇਆ ਹੈ। ਜਿਵੇਂ ਅਸੀਂ ਪਹਿਲਾਂ ਕਈ ਵਾਰ ਇਸ ਚੀਜ਼ ਨੂੰ ਸਮਝਣ ਦਾ ਯਤਨ ਕੀਤਾ ਹੈ ਕਿ ਜੇ ਸੋਨੇ ਦੇ ਗਹਿਣੇ ਬਣੇ ਹੋਣ ਹਜ਼ਾਰਾਂ ਕਿਸਮ ਦੇ, ਹਜ਼ਾਰਾਂ ਡਿਜ਼ਾਈਨ ਨੇ, ਕੁਛ ਆਪ ਹੈ, ਛੱਲਾ ਹੈ, ਕੜਾ ਹੈ, ਚੂੜੀਆਂ ਨੇ ਜਾਂ ਜੰਜੀਰਾਂ ਵਗੈਰਾ ਨੇ, ਤਾਂ ਹਜ਼ਾਰਾਂ ਗਹਿਣੇ ਬਣਨ ਦੇ ਨਾਲ ਸੋਨਾ ਹਜ਼ਾਰਾਂ ਕਿਸਮ ਦਾ ਨਹੀਂ ਹੋ ਗਿਆ। ਸੋਨਾ ਸੋਨਾ ਹੀ ਹੈ। ਸਾਰੇ ਗਹਿਣੇ ਸੋਨੇ ਦੇ ਹੀ ਨੇ, ਸੋਨੇ ਨੂੰ ਹੀ ਆਕਾਰ ਦਿੱਤਾ ਗਿਆ ਹੈ, ਉਹ ਸਾਰੇ ਆਕਾਰ ਸੋਨੇ ਦੇ ਹੀ ਨੇ। ਇਸੇ ਤਰ੍ਹਾਂ ਜਿਤਨੇ ਵੀ ਆ ਰੂਪ ਰੇਖ ਰੰਗ ਆਕਾਰ ਅਸੀਂ ਦੇਖ ਰਹੇ ਹਾਂ, ਇਹ ਸਾਰੇ ਉਸ ਰੱਬ ਦੇ ਹੀ ਰੂਪ ਨੇ। ਰੱਬ ਇੱਕ ਜ਼ਿੰਦਗੀ ਦਾ ਦਰਿਆ ਹੈ, ਤਾਂ ਇਹ ਜੀਵ ਜੰਤ ਔਰ ਖੰਡ ਮੰਡਲ ਬ੍ਰਹਿਮੰਡ, ਇਹ ਸਾਰੇ ਉਸ ਰੱਬ ਦੀਆਂ ਹੀ ਲਹਿਰਾਂ ਔਰ ਉਹਦੇ ਹੀ ਬੁਲਬੁਲੇ ਨੇ। ਸਾਰਿਆਂ ਦੇ ਅੰਦਰ ਉਹ ਆਪ ਹੀ ਸਮਾਇਆ ਹੋਇਆ ਹੈ ਔਰ ਉਹ ਆਪ ਹੀ ਪਸਰਿਆ ਹੋਇਆ ਹੈ। ਅਗਲਾ ਬਚਨ ਗੁਰਦੇਵ ਪਾਤਸ਼ਾਹ ਜੀ ਕਰਦੇ ਨੇ, ਨਾਨਾ ਭੇਖ ਕਰਹਿ ਇੱਕ ਰੰਗ। ਨਾਨਾ ਦਾ ਮਤਲਬ ਕਈ ਪ੍ਰਕਾਰ ਦੇ, ਕਈ ਭੇਖ ਧਾਰਦਾ ਹੈ। ਇੱਕ ਰੰਗ ਦਾ ਮਤਲਬ ਫਿਰ ਵੀ ਇੱਕੋ ਤਰ੍ਹਾਂ ਦਾ ਹੈ, ਯਾਨੀ ਉਹ ਇੱਕ ਦੇ ਹੀ ਅਨੇਕਾਂ ਭੇਖ ਨੇ। ਜਿਵੇਂ ਅਲੱਗ-ਅਲੱਗ ਕੱਪੜੇ ਪਾਏ ਨੇ, ਅਲੱਗ-ਅਲੱਗ ਕਿਸੇ ਦਾ ਰੰਗ ਹੈ, ਅਲੱਗ-ਅਲੱਗ ਕਿਸੇ ਦੀ ਆਵਾਜ਼ ਹੈ, ਸ਼ਕਲ ਹੈ, ਲੇਕਿਨ ਹੈ ਉਹ ਇੱਕ ਹੀ ਹੈ। ਜਿਵੇਂ ਕਪਾਹ ਤੋਂ ਅਨੇਕਾਂ ਕਿਸਮ ਦੇ ਕੱਪੜੇ ਬਣ ਜਾਂਦੇ ਨੇ ਔਰ ਕੱਪੜੇ ਬਣਨ ਤੋਂ ਬਾਅਦ ਅਨੇਕਾਂ ਉਹਨਾਂ ਦੇ ਡਿਜ਼ਾਈਨ ਵਗੈਰਾ ਅਸੀਂ ਬਣਾ ਲੈਂਦੇ ਹਾਂ, ਪਰ ਕਪਾਹ ਜਾਂ ਸੂਤ ਉਹ ਇੱਕ ਹੀ ਰਹਿੰਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਈ ਭੇਖ ਧਾਰਦਾ ਹੈ, ਫਿਰ ਵੀ ਉਹ ਇੱਕੋ ਤਰ੍ਹਾਂ ਦਾ ਹੈ, ਅਨੇਕਾਂ ਵੇਸ਼ ਧਾਰਦੇ ਹੋਏ ਵੀ। ਜੇ ਇਹ ਚੀਜ਼ ਸਾਡੀ ਸਮਝ ਵਿੱਚ ਆ ਜਾਏ ਔਰ ਅਸੀਂ ਗੁਰਬਾਣੀ ਦੇ ਇਸ ਫਰਮਾਨ ਨੂੰ ਅਮਲੀ ਰੂਪ ਦੇਵੀਏ, ਤਾਂ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਆਟੋਮੈਟਿਕਲੀ ਹੱਲ ਹੋ ਜਾਣਗੀਆਂ। ਜਦੋਂ ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ, ਹੋਰ ਵੀ ਸੰਸਾਰ ਦੇ ਮਨੁੱਖਾਂ ਦੇ ਅੰਦਰ ਇੱਕ ਰੱਬ ਹੀ ਪਸਰਿਆ ਹੈ, ਇੱਕ ਦੇ ਹੀ ਅਨੇਕਾਂ ਰੂਪ ਨੇ, ਜਦੋਂ ਅਸੀਂ ਇਸ ਚੀਜ਼ ਤੇ ਅਮਲ ਕਰਾਂਗੇ, ਫਿਰ ਸਾਡਾ ਇੱਕ ਦੂਜੇ ਦੇ ਨਾਲ ਪਿਆਰ ਔਰ ਵਿਹਾਰ ਰੱਬ ਵਰਗਾ ਹੋਏਗਾ। ਅਸੀਂ ਇਹ ਗੱਲ ਤਾਂ ਸਾਰੇ ਕਹਿੰਦੇ ਹਾਂ, ਸਭ ਮੈਂ ਜੋਤ ਜੋਤ ਐ ਸੋਏ, ਤੇ ਇਹ ਬਚਨ ਅਸੀਂ ਰੋਜ਼ ਸਾਂਝਾ ਕਰ ਰਹੇ ਹਾਂ। ਕਹਿੰਦੇ ਜ਼ਰੂਰ ਆ ਕਿ ਸਭ ਮੈਂ ਜੋਤ ਜੋਤ ਐ ਸੋਏ, ਕਿ ਸਾਰਿਆਂ ਦੇ ਵਿੱਚ ਰੱਬ ਦੀ ਜੋਤ ਹੈ, ਸਾਰਿਆਂ ਵਿੱਚ ਰੱਬ ਵਸਦਾ ਹੈ। ਘਟ ਘਟ ਮੈਂ ਹਰ ਜੂ ਵਸੈ, ਸਾਰਿਆਂ ਵਿੱਚ ਰੱਬ ਵਸ ਰਿਹਾ ਹੈ। ਪਰ ਜਦੋਂ ਅਸੀਂ ਆਪਣੇ ਵਿਹਾਰ ਵੱਲ ਵੇਖਦੇ ਹਾਂ, ਤਾਂ ਵਿਹਾਰ ਤੇ ਸਾਡਾ ਇੱਕ ਦੂਜੇ ਦੇ ਨਾਲ ਰੱਬ ਵਰਗਾ ਹੈ ਨਹੀਂ। ਪਿਆਰ ਤੇ ਸਾਡਾ ਇੱਕ ਦੂਜੇ ਨਾਲ ਰੱਬ ਵਰਗਾ ਹੈ ਨਹੀਂ। ਅਸੀਂ ਆਪਣੇ ਨਾਮਾਂ ਦੇ ਪਿੱਛੇ ਸਰਨੇਮ ਲਾਈ ਫਿਰਦੇ ਹਾਂ। ਆਪਣੇ ਪਰਾਏ ਦੇ ਸਾਡੀ ਜ਼ਿੰਦਗੀ ਦੇ ਅੰਦਰ ਵਿਤਕਰੇ ਨੇ। ਕੋਈ ਸਾਡਾ ਸੱਜਣ ਹੈ, ਕੋਈ ਦੁਸ਼ਮਣ ਹੈ, ਕਿਸੇ ਨਾਲ ਸਾਡੀ ਬਣਦੀ ਹੈ, ਕਿਸੇ ਨਾਲ ਸਾਡੀ ਨਹੀਂ ਬਣਦੀ। ਆਪਣੇ ਬੱਚਿਆਂ ਨਾਲ ਸਾਡਾ ਵਿਹਾਰ ਹੋਰ ਹੈ, ਬੇਗਾਨੇ ਬੱਚਿਆਂ ਦੇ ਨਾਲ ਵਿਹਾਰ ਹੋਰ ਹੈ। ਤਾਂ ਜਿਹੜੀ ਜੋਤ ਹੈ ਸਾਰਿਆਂ ਦੇ ਅੰਦਰ ਇੱਕ, ਜਾਂ ਸਭੈ ਘਟ ਰਾਮ ਬੋਲੇ, ਸਾਡੀ ਜ਼ਿੰਦਗੀ ਵਿੱਚ ਅਪਲਾਈ ਤਾਂ ਕਿਤੇ ਵੀ ਨਹੀਂ ਹੈ। ਤਾਂ ਇਹ ਚੀਜ਼ਾਂ ਸਮਝਣ ਵਾਲੀਆਂ ਨੇ। ਜਦੋਂ ਅਸੀਂ ਆਪਣੇ ਅੰਦਰ ਰੱਬੀ ਗੁਣਾਂ ਨੂੰ ਵੇਖਾਂਗੇ ਔਰ ਦੂਜਿਆਂ ਦੇ ਵਿੱਚ ਰੱਬੀ ਗੁਣਾਂ ਨੂੰ ਦੇਖਾਂਗੇ, ਇੱਕ ਦੂਜੇ ਦੇ ਨਾਲ ਪਿਆਰ ਔਰ ਸਤਿਕਾਰ ਰੱਬ ਵਰਗਾ ਕਰਾਂਗੇ, ਫਿਰ ਸਾਡੀ ਜ਼ਿੰਦਗੀ ਬਦਲੇਗੀ। ਔਰ ਗੁਰੂ ਜੀ ਸਾਡੀ ਆਮ ਮਨੁੱਖ ਮਾਤਰ ਦੀ ਸੋਚ ਨੂੰ ਇੰਨੀ ਉੱਚੀ ਚੁੱਕਣਾ ਚਾਹੁੰਦੇ ਨੇ ਕਿ ਹਰ ਬੰਦਾ ਰੱਬ ਵਰਗਾ ਹੋ ਕੇ ਜੀਵੇ, ਔਰ ਇਹ ਪੋਸੀਬਿਲਿਟੀ ਸਾਰਿਆਂ ਦੇ ਅੰਦਰ, ਕਿਉਂਕਿ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਨਾਨਾ ਬਿਦ ਕੀਨੂ ਵਿਸਥਾਰ। ਬਿਦ ਦਾ ਮਤਲਬ ਤਰ੍ਹਾਂ ਤਰੀਕਿਆਂ ਦੇ ਨਾਲ, ਨਾਨਾ ਬਿਦ ਦਾ ਮਤਲਬ ਕਈ ਤਰੀਕਿਆਂ ਦੇ ਨਾਲ ਉਹਨੇ ਆਪਣਾ ਵਿਸਥਾਰ ਕੀਤਾ ਹੋਇਆ ਹੈ। ਵਿਸਥਾਰ ਦਾ ਮਤਲਬ ਵਿਸਥਾਰ, ਆਪ ਹੀ ਉਹ ਪਸਰਿਆ ਹੋਇਆ ਹੈ, ਅਨੇਕਾਂ ਤਰੀਕਿਆਂ ਦੇ ਨਾਲ ਆਪਣਾ ਹੀ ਵਿਸਥਾਰ ਕੀਤਾ ਹੋਇਆ ਹੈ। ਜਿਵੇਂ ਗੁਰੂ ਜੀ ਨੇ ਸਾਨੂੰ ਪਾਵਨ ਬਾਣੀ ਵਿੱਚ ਅਨੇਕਾਂ ਢੰਗਾਂ ਨਾਲ ਸਮਝਾਇਆ ਹੈ ਕਿ ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਸਮੁੰਦਰ ਸ਼ਾਂਤ ਖੜਾ ਹੋਏ ਤਾਂ ਕੇਵਲ ਪਾਣੀ ਸਾਨੂੰ ਨਜ਼ਰ ਹੀ ਪੈਂਦਾ ਹੈ ਕਿ ਪਾਣੀ ਸ਼ਾਂਤ ਖੜਾ ਹੈ। ਪਰ ਜੇ ਹਵਾ ਵਗਣ ਲੱਗ ਜਾਏ, ਹਵਾ ਥੋੜੀ ਤੇਜ਼ ਆ ਜਾਏ, ਹਵਾ ਹਨੇਰੀ ਰੂਪ ਵਿੱਚ ਆ ਜਾਏ, ਤਾਂ ਫਿਰ ਕੀ ਹੁੰਦਾ ਹੈ? ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ ਨੇ, ਇੱਕ ਨਹੀਂ ਹਜ਼ਾਰਾਂ ਲੱਖਾਂ ਲਹਿਰਾਂ ਉੱਠਦੀਆਂ ਨੇ। ਲਹਿਰ ਤੋਂ ਬਾਅਦ ਲਹਿਰ ਆ ਰਹੀ ਹੈ, ਪਰ ਹੁਣ ਉਹ ਲਹਿਰਾਂ ਹੈ ਤੇ ਪਾਣੀ ਹੀ ਨੇ। ਅਸੀਂ ਇਹ ਨਹੀਂ ਨਾ ਕਹਿ ਸਕਦੇ ਕਿ ਉਹ ਲਹਿਰਾਂ ਵੱਖਰੀਆਂ ਨੇ ਕੋਈ ਚੀਜ਼।
ਪਾਣੀ ਹੀ ਲਹਿਰਾਂ ਦੇ ਰੂਪ ਵਿੱਚ ਦਿਸ ਰਿਹਾ ਹੈ। ਤੇ ਜਦੋਂ ਹਵਾ ਬੰਦ ਹੋਏਗੀ, ਤੂਫਾਨ ਬੰਦ ਹੋਏਗਾ, ਪਾਣੀ ਫਿਰ ਸ਼ਾਂਤ ਹੋ ਜਾਏਗਾ, ਕਿਉਂਕਿ ਲਹਿਰਾਂ ਉੱਠਣ ਤੋਂ ਪਹਿਲਾਂ ਵੀ ਪਾਣੀ ਸੀ। ਲਹਿਰਾਂ ਉੱਠੀਆਂ ਫਿਰ ਵੀ ਉਹ ਲਹਿਰਾਂ ਪਾਣੀ ਹੀ ਸਨ, ਤੇ ਜਦੋਂ ਲਹਿਰਾਂ ਸ਼ਾਂਤ ਹੋ ਗਈਆਂ ਫਿਰ ਵੀ ਪਾਣੀ ਹੀ ਹੈ। ਇਸੇ ਤਰ੍ਹਾਂ ਇਹ ਸੰਸਾਰ ਤੋਂ ਪਹਿਲਾਂ ਵੀ ਨਿਰੰਕਾਰ ਸੀ, ਹੁਣ ਇਹ ਸੰਸਾਰ ਹੈ ਤਾਂ ਹੁਣ ਵੀ ਉਹੀ ਹੈ। ਸੰਸਾਰ ਨਹੀਂ ਹੋਏਗਾ ਤੇ ਨਿਰੰਕਾਰ ਫਿਰ ਵੀ ਹੋਏਗਾ, ਇੱਕੋ ਹੀ ਪਸਰਿਆ ਹੋਇਆ ਹੈ। ਅਨੇਕਾਂ ਢੰਗਾਂ ਦੇ ਨਾਲ ਉਹਨੇ ਆਪਣਾ ਵਿਸਥਾਰ ਕੀਤਾ ਹੋਇਆ ਹੈ। ਨਾਨਾ ਬਿਧ ਕੀਨੋ ਵਿਸਥਾਰ, ਅਨੇਕਾਂ ਢੰਗਾਂ ਦੇ ਨਾਲ, ਅਨੇਕਾਂ ਤਰੀਕਿਆਂ ਦੇ ਨਾਲ ਉਸਨੇ ਆਪਣਾ ਹੀ ਵਿਸਥਾਰ ਕੀਤਾ ਹੋਇਆ ਹੈ। ਪ੍ਰਭ ਅਬਿਨਾਸ਼ੀ ਏਕੰਕਾਰ, ਏਕੰਕਾਰ ਦਾ ਮਤਲਬ ਇੱਕ ਹੈ ਜੋ ਲਗਾਤਾਰ ਕੰਟੀਨਿਊ। ਗੁਰਬਾਣੀ ਦੇ ਆਦ ਵਿੱਚ ਇੱਕ ਓੰਕਾਰ ਲਫ਼ਜ਼ ਹੈ, ਇੱਕ ਓੰਕਾਰ, ਤੇ ਇੱਕ ਓੰਕਾਰ ਦਾ ਜੋ ਮੀਨਿੰਗ ਹੈ, ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਸੰਸਾਰ ਦੀ ਉਤਪਤੀ, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ, ਇੱਕ ਹੈ ਉਹ, ਉਹਨੂੰ ਵੰਡਿਆ ਨਹੀਂ ਜਾ ਸਕਦਾ। ਤਾਂ ਗੁਰੂ ਜੀ ਕਹਿੰਦੇ ਨੇ ਅਨੇਕਾਂ ਢੰਗਾਂ ਦੇ ਨਾਲ ਇੱਕ ਦਾ ਹੀ ਵਿਸਥਾਰ ਹੈ। ਉਹ ਪ੍ਰਭੂ ਅਬਿਨਾਸ਼ੀ ਹੈ, ਨਾਸ਼ਮਾਨ ਨਹੀਂ ਹੈ, ਉਹਦਾ ਕਦੇ ਵਿਨਾਸ਼ ਨਹੀਂ ਹੋਣਾ, ਸਦਾ ਹੈ। ਏਕੰਕਾਰ ਦਾ ਮਤਲਬ ਲਗਾਤਾਰ ਇੱਕ ਹੈ। ਇਹ ਨਹੀਂ ਕਿ ਇੱਥੇ ਹੈ ਤੇ 2-4 ਫੁੱਟ ਬਾਅਦ ਨਹੀਂ ਹੈ, 10ਵੀਂ ਮੀਲ ਬਾਅਦ ਹੈ, ਫਿਰ 25-30 ਮੀਲ ਬਾਅਦ ਫਿਰ ਉਹ ਨਹੀਂ ਹੈ। ਐਸਾ ਨਹੀਂ ਹੈ, ਲਗਾਤਾਰ ਹੈ ਹੀ, ਇੱਕ ਕੰਟੀਨਿਊ, ਇੱਕੋ ਹੀ ਹੈ, ਇੱਕੋ ਹੀ ਪਸਰਿਆ ਹੋਇਆ ਹੈ। ਜੇ ਚੀਜ਼ ਸਾਡੀ ਸਮਝ ਵਿੱਚ ਆ ਜਾਏ ਔਰ ਅਸੀਂ ਇਸ ਚੀਜ਼ ਦੇ ਉੱਤੇ ਅਮਲ ਕਰੀਏ, ਤਾਂ ਫਿਰ ਸਾਡੀ ਬੋਲ ਬਾਣੀ, ਸਾਡਾ ਵਿਹਾਰ, ਸਾਡੀ ਤੱਕਣੀ, ਸਾਰਾ ਕੁਝ ਬਦਲ ਜਾਏਗਾ। ਕਿਉਂਕਿ ਜੇ ਮੈਂ ਵੇਖਾਂ ਕਿ ਤੁਹਾਡੇ ਸਾਰਿਆਂ ਦੇ ਵਿੱਚ ਰੱਬ ਹੈ, ਰੱਬ ਦਾ ਹੀ ਤੁਸੀਂ ਰੂਪ ਹੋ, ਤਾਂ ਫਿਰ ਮੇਰਾ ਤੱਕਣਾ ਤੁਹਾਡੇ ਵੱਲ ਕੈਸਾ ਹੋਏਗਾ ਕਿ ਮੈਂ ਅੱਖਾਂ ਪਾੜ-ਪਾੜ ਕੇ ਥੋੜਾ ਵੇਖਾਂਗਾ, ਕ੍ਰੋਧ ਦੇ ਨਾਲ, ਨਫ਼ਰਤ ਨਾਲ ਥੋੜੀ ਦੇਖਾਂਗਾ। ਫਿਰ ਤੁਹਾਡੇ ਨਾਲ ਮੇਰੀ ਬੋਲ ਬਾਣੀ ਕੈਸੀ ਹੋਏਗੀ? ਰੱਬ ਨੂੰ ਮੈਂ ਗਾਲਾਂ ਥੋੜਾ ਕੱਢਾਂਗਾ, ਰੱਬ ਦੀ ਮੈਂ ਪੱਗ ਥੋੜਾ ਲਾਵਾਂਗਾ। ਰੱਬ ਦੇ ਨਾਲ ਮੈਂ ਪਿਆਰ ਕਰਾਂਗਾ, ਸਤਿਕਾਰ ਕਰਾਂਗਾ, ਤਾਂ ਮੈਂ ਓਨਾ ਹੀ ਪਿਆਰ ਸਤਿਕਾਰ ਤੁਹਾਡਾ ਕਰਾਂਗਾ, ਤੁਸੀਂ ਓਨਾ ਹੀ ਪਿਆਰ ਸਤਿਕਾਰ ਦੂਜਿਆਂ ਦੇ ਨਾਲ ਕਰੋਗੇ। ਲੇਕਿਨ ਐਸਾ ਬੰਦਾ ਕਰ ਨਹੀਂ ਰਿਹਾ। ਔਰ ਦੂਜੀ ਗੱਲ ਇਹ ਹੈ, ਅਸੀਂ ਜਦੋਂ ਇਹੋ ਜਿਹੀ ਗੱਲ ਕਰਦੇ ਹਾਂ ਤੇ ਫਿਰ ਅਸੀਂ ਕੁਝ ਹੋਰ ਪ੍ਰਮਾਣ ਦਿੰਦੇ ਹਾਂ, ਕਿਉਂਕਿ ਅਸੀਂ ਮੰਨਣ ਦੇ ਮੂਡ ਵਿੱਚ ਨਹੀਂ ਹੁੰਦੇ। ਔਰ ਮੰਨਣ ਦੇ ਨਾਲ ਸਾਡੀ ਇੱਕ ਪ੍ਰੋਬਲਮ ਹੈ ਕਿ ਸਾਨੂੰ ਆਪਣਾ ਆਪਾ ਬਦਲਣਾ ਪੈਂਦਾ, ਤੇ ਅਸੀਂ ਆਪਣਾ ਆਪਾ ਬਦਲਣ ਵਾਸਤੇ ਤਿਆਰ ਨਹੀਂ। ਅਸੀਂ ਫਿਰ ਕਹਿੰਦੇ ਆ ਕਿ ਜੇ ਚੋਰ, ਠੱਗ, ਫਰੇਬੀ ਹੋਵੇ, ਕਟਰਲੈਸ ਬੰਦਾ ਹੋਵੇ, ਤੇ ਉਹਨੂੰ ਵੀ ਅਸੀਂ ਰੱਬ ਵਰਗਾ ਸਤਿਕਾਰ ਦਈਏ ਕਿ ਉਹਦੇ ਵਿੱਚ ਵੀ ਰੱਬ ਹੈ। ਹਾਂ, ਉਹਦੇ ਵਿੱਚ ਵੀ ਰੱਬ ਹੈ। ਯਾਦ ਰੱਖਣਾ, ਜੇ ਉਹਦੇ ਵਿੱਚ ਨਹੀਂ ਤੇ ਫਿਰ ਸਾਡੇ ਵਿੱਚ ਵੀ ਨਹੀਂ, ਕਿਉਂਕਿ ਲਗਾਤਾਰ ਹੈ ਨਾ, ਕੰਟੀਨਿਊ ਹੈ। ਹੁਣ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਕਿ ਉਹ ਜੋ ਬੰਦਾ ਹੈ ਸਾਹਮਣੇ, ਜਿਸ ਨੂੰ ਅਸੀਂ ਮਿਸਾਲ ਵਜੋਂ ਇਹ ਸਮਝ ਲਈਏ ਕਿ ਉਹ ਕਰੈਕਟਰਲੈਸ ਹੈ, ਜਾਂ ਉਹ ਨਸ਼ੇ ਵਰਤਦਾ ਹੈ, ਝੂਠ ਬੋਲਦਾ ਹੈ, ਅਤਿਆਚਾਰੀ ਹੈ, ਲੇਕਿਨ ਇੱਕ ਗੱਲ ਤਾਂ ਸਮਝਣੀ ਪਵੇਗੀ, ਔਰ ਯੂਨੀਵਰਸਲ ਟਰੁੱਥ ਹੈ ਕਿ ਉਹਦੇ ਅੰਦਰ ਸ਼ੁਭ ਗੁਣ ਤਾਂ ਮੌਜੂਦ ਨੇ, ਸੱਚਾਈ ਉਹਦੇ ਵਿੱਚ ਵੀ ਹੈ, ਦਇਆ ਉਹਦੇ ਵਿੱਚ ਵੀ ਹੈ, ਪ੍ਰੇਮ ਉਹਦੇ ਵਿੱਚ ਵੀ ਹੈ, ਉੱਚਾ ਆਚਰਣ ਉਹਦੇ ਵਿੱਚ ਵੀ ਹੈ। ਹੁਣ ਪ੍ਰੋਬਲਮ ਇਹ ਹੈ ਕਿ ਉਹ ਇਹਨਾਂ ਗੁਣਾਂ ਨੂੰ ਵਰਤ ਨਹੀਂ ਰਿਹਾ। ਅਸੀਂ ਇਹ ਨਹੀਂ ਨਾ ਕਹਿ ਸਕਦੇ ਕਿ ਉਹਦੇ ਵਿੱਚ ਰੱਬੀ ਗੁਣ ਨਹੀਂ ਹਨ, ਇਹ ਨਹੀਂ ਅਸੀਂ ਕਹਿ ਸਕਦੇ। ਗੁਣ ਹੈ ਨੇ, ਪਰ ਉਹਨਾਂ ਗੁਣਾਂ ਨੂੰ ਵਰਤ ਨਹੀਂ ਰਿਹਾ। ਤੇ ਇੱਕ ਗੱਲ ਯਾਦ ਰੱਖਣ ਵਾਲੀ ਹੈ, ਜਿੱਥੋਂ ਅਸੀਂ ਇੱਕ ਚੀਜ਼ ਨੂੰ ਪਾਸੇ ਕਰ ਦਿੰਦੇ ਹਾਂ, ਦੂਜੀ ਚੀਜ਼ ਆਪੇ ਆ ਜਾਂਦੀ। ਹੁਣ ਇਸ ਇਮਾਰਤ ਵਿੱਚ ਜਿੱਥੇ ਮੈਂ ਬੈਠਾ ਹਾਂ, ਗੁਰੂ ਘਰ ਵਿੱਚ ਚਾਨਣ ਹੈ ਨਾ, ਤਾਂ ਇੱਥੇ ਹਨੇਰਾ ਨਹੀਂ ਹੈ। ਤੇ ਜੇ ਲਾਈਟਾਂ ਆਫ ਕਰ ਦਈਏ, ਚਾਨਣ ਨੂੰ ਸਾਈਡ ਵਿੱਚ ਕਰ ਦਈਏ, ਤਾਂ ਹਨੇਰਾ ਆਪੇ ਹੀ ਆ ਜਾਣਾ। ਹਨੇਰੇ ਨੂੰ ਸੱਦਣ ਦੀ ਲੋੜ ਨਹੀਂ ਨਾ ਪੈਣੀ, ਦੂਜੀ ਚੀਜ਼ ਆਪੇ ਆ ਜਾਏਗੀ। ਤਾਂ ਜਦੋਂ ਅਸੀਂ ਸੱਚ ਬੋਲਣਾ ਛੱਡ ਦਿਆਂਗੇ ਤਾਂ ਝੂਠ ਆਟੋਮੈਟਿਕਲੀ ਆ ਜਾਏਗਾ, ਕਿਉਂਕਿ ਬੋਲਣਾ ਤੇ ਅਸੀਂ ਹੈ, ਜ਼ਬਾਨ ਨਾਲ ਤੇ ਬੋਲਣਾ ਹੀ ਹੈ ਨਾ। ਸੱਚ ਨਹੀਂ ਬੋਲੋਗੇ ਤੇ ਝੂਠ ਬੋਲੋਗੇ, ਝੂਠ ਆਪ ਹੀ ਆ ਜਾਏਗਾ। ਜੇ ਪਿਆਰ ਨਾਲ ਬੋਲਣਾ ਛੱਡ ਦਿਓਗੇ ਤਾਂ ਨਫ਼ਰਤ ਦੀ ਬੋਲੀ, ਗੁੱਸੇ ਵਾਲੀ ਬੋਲੀ ਤਾਂ ਆਪ ਹੀ ਆ ਜਾਣੀ ਹੈ। ਜੇ ਪੋਜ਼ਿਟਿਵ ਬੋਲ ਨਹੀਂ ਬੋਲੋਗੇ, ਪੋਜ਼ਿਟਿਵ ਬੋਲਣਾ ਛੱਡ ਦੋਗੇ ਤਾਂ ਨੈਗੇਟਿਵਿਟੀ ਆਟੋਮੈਟਿਕਲੀ ਆ ਜਾਏਗੀ। ਤਾਂ ਉਹ ਸ਼ਖਸ ਜੋ ਰੱਬੀ ਗੁਣਾਂ ਨੂੰ ਨਹੀਂ ਵਰਤ ਰਿਹਾ, ਤਾਂ ਆਟੋਮੈਟਿਕਲੀ ਉਹਦੇ ਅੰਦਰ ਅਵਗੁਣ ਆਪੇ ਹੀ ਆ ਜਾਣਗੇ। ਰੱਬ ਸਾਰਿਆਂ ਦੇ ਵਿੱਚ ਹੈ, ਗੁਣ ਸਰੂਪ ਦੇ ਅੰਦਰ, ਪਰ ਬੰਦਾ ਉਹਨਾਂ ਗੁਣਾਂ ਨੂੰ ਵਰਤਦਾ ਹੀ ਨਹੀਂ ਹੈ। ਜਦੋਂ ਗੁਣਾਂ ਨੂੰ ਨਹੀਂ ਵਰਤਾਂਗੇ ਤਾਂ ਅਵਗੁਣ ਆ ਜਾਣਗੇ। ਇਸ ਲਈ ਸਾਨੂੰ ਇੱਕ ਬਹੁਤ ਵੱਡੀ ਪੋਜ਼ਿਟਿਵਿਟੀ ਦਿੱਤੀ ਜਾ ਰਹੀ ਹੈ, ਆਸ਼ਾਵਾਦੀ ਬਣਾਇਆ ਜਾ ਰਿਹਾ ਹੈ,
ਔਰ ਗੁਰਦੇਵ ਸਾਨੂੰ ਇੱਕ ਸੱਚਾਈ ਸਮਝਾ ਰਹੇ ਨੇ ਕਿ ਮਨ ਤੂੰ ਜੋਤ ਸਰੂਪ ਹੈ, ਤੁਸੀਂ ਜੋਤ ਸਰੂਪ ਰੱਬ ਦਾ ਹਿੱਸਾ ਹੋ, ਉਹਦੀ ਅੰਸ਼ ਹੋ। ਇਹਨਾਂ ਗੁਣਾਂ ਨੂੰ ਵਰਤੋ। ਪ੍ਰਭ ਅਬਿਨਾਸ਼ੀ ਏਕ ਓੰਕਾਰ, ਤੇ ਉਹ ਲਗਾਤਾਰ ਹਰ ਥਾਂ ਤੇ ਸਮਾਇਆ ਹੋਇਆ ਹੈ। ਨਾਨਾ ਚਲਿਤ ਕਰੇ ਖਿਨ ਮਾਹੇ, ਇਹ ਚਲਿਤ ਦਾ ਮਤਲਬ ਹੈ ਚਰਿੱਤਰ, ਖੇਡਾਂ, ਤਮਾਸ਼ੇ। ਇੱਕ ਪਲ ਦੇ ਅੰਦਰ ਹੀ ਉਹ ਕਈ ਚਰਿੱਤਰ ਕਰਦਾ ਹੈ, ਯਾਨੀ ਰੱਬ ਦੀ ਇਸ ਰਚਨਾ ਦੇ ਅੰਦਰ ਅਨੰਤ ਚਰਿੱਤਰ ਵਰਤ ਰਹੇ ਨੇ, ਔਰ ਐਸੇ ਕੌਤਕ ਚਰਿੱਤਰ ਵਰਤ ਰਹੇ ਨੇ ਜਿਨ੍ਹਾਂ ਦਾ ਕੋਈ ਆਦ ਅੰਤ ਨਹੀਂ ਹੈ। ਜੇ ਅਸੀਂ ਵਿਗਿਆਨ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਫਿਜ਼ਿਕਸ, ਕੈਮਿਸਟਰੀ ਵਗੈਰਾ ਨੂੰ, ਤਾਂ ਕਿੰਨਾ ਕੁਝ ਸਾਨੂੰ ਇਸ ਬ੍ਰਹਿਮੰਡ ਬਾਰੇ ਪਤਾ ਲੱਗਦਾ ਹੈ, ਜਿਸ ਬਾਰੇ ਆਮ ਬੰਦੇ ਨੂੰ ਨਹੀਂ ਪਤਾ। ਜਦੋਂ ਸਾਇੰਸ ਦੀ ਦੁਨੀਆ ਵਿੱਚ ਵਿਚਰਦਾ ਹੈ, ਪੜ੍ਹਦਾ ਹੈ, ਖੋਜ ਕਰਦਾ ਹੈ, ਤਾਂ ਕਿੰਨਾ ਕੁਝ ਉਹਨੂੰ ਨਵਾਂ ਮਿਲਦਾ ਹੈ। ਕਿੰਨਾ ਕੁਝ ਸਾਇੰਸ ਦੇ ਵਿਦਿਆਰਥੀਆਂ ਨੇ, ਡਾਕਟਰ, ਇੰਜੀਨੀਅਰ, ਵਿਗਿਆਨਿਕ, ਮਨੋਵਿਗਿਆਨਿਕਾਂ ਨੇ ਖੋਜਿਆ ਹੈ। ਅੱਗੇ ਅਨੰਤ ਖੋਜਾਂ ਹੁੰਦੀਆਂ ਰਹਿਣਗੀਆਂ। ਧਰਮ ਦੀ ਦੁਨੀਆ ਦੇ ਅੰਦਰ ਅਸੀਂ ਦੇਖਦੇ ਹਾਂ ਕਿੰਨੇ ਕਿੰਨੇ ਮਹਾਨ ਲੋਕ ਹੋ ਗੁਜ਼ਰੇ ਨੇ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ, 10 ਗੁਰੂ ਸਾਹਿਬਾਨ, ਭਗਤ ਜਨ, ਬਾਣੀਕਾਰ, ਕਿੰਨੇ ਮਹਾਨ ਸ਼ਖਸੀਅਤਾਂ ਇਸ ਦੁਨੀਆ ਦੇ ਵਿੱਚ ਹੋਈਆਂ ਨੇ। ਅੱਜ ਵੀ ਧਰਮ ਦੀ ਦੁਨੀਆ ਵਿੱਚ ਕਿੰਨੇ ਚੰਗੇ ਚੰਗੇ ਲੋਕ ਵੇਖੇ ਜਾ ਸਕਦੇ ਨੇ, ਸਮਾਜਿਕ ਦੁਨੀਆ ਵਿੱਚ, ਰਾਜਨੀਤਿਕ ਦੁਨੀਆ ਵਿੱਚ, ਔਰ ਉਥਲ ਪੁਥਲ ਵੀ ਹੁੰਦੀ ਰਹਿੰਦੀ ਹੈ। ਕਿਵੇਂ? ਜਿਵੇਂ ਆਪਾਂ ਪਹਿਲਾਂ ਵੀ ਮਿਸਾਲ ਦਿੱਤੀ ਹੈ, ਕਿੰਨੇ ਸਾਰੇ ਐਸੇ ਲੋਕ ਨੇ ਜੋ ਸ਼ਰਾਬਾਂ ਵਗੈਰਾ ਪੀਂਦੇ, ਲੇਕਿਨ ਉਹ ਬਦਲ ਗਏ, ਪਲ ਦੇ ਵਿੱਚ ਹੀ ਅੰਮ੍ਰਿਤ ਪਾਨ ਕਰ ਲਿਆ, ਚੰਗੇ ਇਨਸਾਨ ਬਣ ਗਏ। ਤੇ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਸੀ, ਚੰਗੀ ਭਲੀ ਜ਼ਿੰਦਗੀ ਜੀ ਰਹੇ ਸੀ, ਲੇਕਿਨ ਉਹ ਨਸ਼ਈ ਹੋ ਗਏ ਨੇ। ਅੱਜ ਉਹਨਾਂ ਨੇ ਕੇਸ ਵਗੈਰਾ ਕਟਾ ਦਿੱਤੇ ਹੋਏ ਨੇ। ਐਸੇ ਕੌਤਕ ਵਰਤਦੇ ਰਹਿੰਦੇ ਨੇ ਨਾ, ਤਾਂ ਇਸ ਦੁਨੀਆ ਵਿੱਚ ਹੈਰਾਨ ਕਰ ਦੇਣ ਵਾਲੇ ਕੌਤਕ ਨੇ। ਇਹ ਤਾਂ ਮੈਂ ਛੋਟੀਆਂ ਛੋਟੀਆਂ ਗੱਲਾਂ ਕਰ ਰਿਹਾ, ਕਿਉਂਕਿ ਮੈਨੂੰ ਪਤਾ ਹੀ ਇੰਨਾ ਕਿ ਜਿੰਨਾ ਜਿੰਨਾ ਤੁਸੀਂ ਵਿਸਥਾਰ ਦੇ ਵਿੱਚ ਜਾਓਗੇ, ਇੱਥੇ ਕਿੱਡੇ ਕਿੱਡੇ ਵੱਡੇ ਕੌਤਕ ਨੇ। ਇੱਕ ਪਲ ਦੇ ਅੰਦਰ ਹੀ ਐਸਾ ਹੋ ਜਾਂਦਾ ਹੈ। ਅਸੀਂ ਕੇਵਲ ਜੀਵਨ ਜੀਣ ਦੀ ਜਾਚ ਸਿੱਖ ਰਹੇ ਹਾਂ, ਤਾਂ ਅਸੀਂ ਇੱਥੇ ਕਹਿ ਸਕਦੇ ਹਾਂ ਕਿ ਜੇ ਸਾਡੀ ਜ਼ਿੰਦਗੀ ਦੇ ਵਿੱਚ ਕਿਤੇ ਦੋਸ਼ ਨੇ, ਕਮੀਆਂ ਨੇ, ਗੁਰਮਤ ਤੋਂ ਅਸੀਂ ਉਲਟ ਹਾਂ, ਇਨਸਾਨੀਅਤ ਨਹੀਂ ਹੈ, ਜਾਂ ਖਤਮ ਹੋ ਗਈ ਹੈ, ਜਾਣ ਬੁੱਝ ਕੇ ਕਰ ਲਈ ਹੈ, ਜਾਂ ਅਣਜਾਣਪੁਣੇ ਵਿੱਚ, ਤਾਂ ਇਹ ਕੌਤਕ ਵਰਤ ਸਕਦਾ ਹੈ। ਜੇ ਅਸੀਂ ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਵੀਏ ਤਾਂ ਸਾਡਾ ਜੀਵਨ ਵੀ ਬਦਲ ਜਾਏਗਾ। ਕੌਤਕ ਹੀ ਸੀ ਨਾ ਇੱਕ, ਕਿ ਸ਼ੇਖ ਸੱਜਣ ਕਿੰਨਾ ਵੱਡਾ ਕਾਤਲ ਹੈ, ਪਰ ਜਦੋਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਇਆ ਤਾਂ ਇੱਕ ਪਲ ਦੇ ਅੰਦਰ ਹੀ ਉਹ ਕਤਲਗਾਹ ਗੁਰਦੁਆਰੇ ਵਿੱਚ ਤਬਦੀਲ ਹੋ ਗਿਆ। ਕੌਡਾ ਭੀਲ ਕਿੰਨਾ ਵੱਡਾ ਸਖਤ ਆਦਮੀ ਹੈ, ਕਠੋਰਤਾ ਹੈ ਉਹਦੇ ਅੰਦਰ, ਕਿ ਤੇਲ ਦੇ ਕੜਾਹੇ ਦੇ ਵਿੱਚ ਲੋਕਾਂ ਨੂੰ ਤਲ ਤਲ ਕੇ ਮਾਰਨਾ। ਪਰ ਗੁਰੂ ਨਾਨਕ ਦੇਵ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦਿਆਂ ਇੱਕ ਪਲ ਵਿੱਚ ਹੀ ਬਦਲ ਗਿਆ, ਲੋਕਾਂ ਨੂੰ ਜੀਵਨ ਦਾਨ ਦੇਣ ਵਾਲਾ ਬਣ ਗਿਆ। ਤਾਂ ਇਹਦਾ ਮਤਲਬ ਕਿ ਸਾਡੀ ਜ਼ਿੰਦਗੀ ਦੇ ਅੰਦਰ ਜੇ ਕਿਤੇ ਨੈਗੇਟਿਵਿਟੀ ਹੈ, ਪਾਪ ਨੇ, ਅਪਰਾਧ ਨੇ, ਤਾਂ ਇੱਕ ਪਲ ਦੇ ਅੰਦਰ ਹੀ ਅਸੀਂ ਬਦਲ ਸਕਦੇ ਹਾਂ, ਜੇ ਅਸੀਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣ ਦੀ ਟਰਾਈ ਕਰੀਏ। ਪੂਰ ਰਹਿਓ ਪੂਰਨ ਸਭ ਠਾਏ। ਪੂਰਨ ਦਾ ਮਤਲਬ ਜਿਹਦੇ ਵਿੱਚ ਕੋਈ ਅਧੂਰਾਪਨ ਨਹੀਂ। ਪੂਰ ਰਹਿਓ ਦਾ ਮਤਲਬ ਉਹ ਵਿਆਪਕ ਹੈ। ਸਭ ਠਾਏ ਦਾ ਮਤਲਬ ਸਭ ਥਾਵਾਂ ਤੇ। ਉਹ ਪਰਿਪੂਰਨ ਪ੍ਰਭੂ ਸਭ ਥਾਵਾਂ ਤੇ ਮੌਜੂਦ ਹੈ, ਹਰ ਥਾਂ ਦੇ ਉੱਤੇ ਸਮਾਇਆ ਹੋਇਆ ਹੈ, ਸਰਬ ਵਿਆਪਕ ਹੈ। ਇਸ ਲਈ ਇਹ ਨਹੀਂ ਮੰਨਿਆ ਜਾ ਸਕਦਾ, ਆਮ ਜਿਵੇਂ ਧਰਮ ਦੀ ਦੁਨੀਆ ਵਿੱਚ ਲੋਕ ਮੰਨਦੇ ਕਿ ਰੱਬ ਕਿਸੇ ਉੱਤੇ ਸਵਰਗ ਵਿੱਚ ਰਹਿੰਦਾ ਹੈ, ਜਾਂ ਉਹ ਜੰਨਤ ਵਿੱਚ ਹੈ, ਜਾਂ ਉਹ ਬੈਕੁੰਠ ਧਾਮ ਵਿੱਚ ਹੈ। ਤੇ ਉਸ ਨਕਲ ਤੇ ਸਾਡੇ ਬਹੁਤ ਸਾਰੇ ਪ੍ਰਚਾਰਕ ਵੀਰ ਜਾਂ ਆਮ ਜੋ ਸੰਗਤ ਹੈ, ਆਮ ਜੋ ਸਿੱਖ ਹੈ, ਉਹਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਰੱਬ ਉੱਤੇ ਕਿਸੇ ਸੱਚਖੰਡ ਵਿੱਚ ਵਸਦਾ ਹੈ। ਤਾਂ ਜੇ ਕਿਤੇ ਉੱਤੇ ਸੱਚਖੰਡ ਵਿੱਚ ਵਸਦਾ ਹੈ ਤਾਂ ਮਤਲਬ ਇੱਥੇ ਨਹੀਂ ਹੈ, ਫਿਰ ਉਹ ਇੱਕਦੇਸ਼ੀ ਹੋ ਗਿਆ ਨਾ। ਇਸ ਲਈ ਰੱਬ ਇੱਕਦੇਸ਼ੀ ਨਹੀਂ ਹੈ, ਉਹ ਸਰਬਦੇਸ਼ੀ ਹੈ, ਸਰਬ ਵਿਆਪੀ ਹੈ, ਸਭ ਥਾਵਾਂ ਤੇ ਹੈ। ਉਹ ਕਿਸੇ ਵੱਖਰੇ ਸੱਚਖੰਡ ਵਿੱਚ, ਕਿਸੇ ਵੱਖਰੇ ਬੈਕੁੰਠ ਵਿੱਚ, ਕਿਸੇ ਵੱਖਰੇ ਸਵਰਗ ਵਿੱਚ ਨਹੀਂ ਬੈਠਾ ਹੋਇਆ, ਸਭ ਥਾਵਾਂ ਤੇ ਵਿਆਪਕ ਹੈ। ਜੇ ਅਸੀਂ ਇਸ ਚੀਜ਼ ਨੂੰ ਮੰਨੀਏ, ਮਤਲਬ ਅਮਲ ਵਿੱਚ ਲਿਆਈਏ, ਤਾਂ ਕਿੰਨੀ ਵੱਡੀ ਤਬਦੀਲੀ ਆਏਗੀ, ਕਿਉਂਕਿ ਸਭ ਥਾਵਾਂ ਤੇ ਹੈ ਨਾ। ਤਾਂ ਦੇਖੋ, ਇੱਕ ਮੈਂ ਆਪ ਦੇ ਨਾਲ ਮਿਸਾਲ ਸਾਂਝੀ ਕਰਾਂ। ਸਾਡੇ ਵਿੱਚੋਂ ਕੋਈ ਵੀ ਵੀਰ ਭੈਣ ਇਹ ਨਹੀਂ ਸੋਚ ਸਕਦਾ ਕਿ ਮੈਂ ਸ਼ਰਾਬ ਪੀ ਕੇ ਗੁਰਦੁਆਰਾ ਸਾਹਿਬ ਚਲਾ ਜਾਵਾਂ। ਨਹੀਂ ਜਾਏਗਾ, ਜਾਣਾ ਵੀ ਨਹੀਂ ਚਾਹੀਦਾ। ਕੋਈ ਨਸ਼ਾ ਲੈ ਕੇ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਪ੍ਰਵੇਸ਼ ਨਹੀਂ ਕਰਨਾ। ਬਾਕੀ ਧਰਮਾਂ ਦੇ ਲੋਕ ਵੀ ਆਪੋ ਆਪਣੇ ਧਰਮ ਸਥਾਨਾਂ ਵਿੱਚ ਸ਼ਰਾਬ ਜਾਂ ਨਸ਼ਾ ਲੈ ਕੇ ਪ੍ਰਵੇਸ਼ ਨਹੀਂ ਕਰਦੇ, ਕਿਉਂਕਿ ਉਹ ਰੱਬ ਦਾ ਘਰ ਹੈ ਨਾ। ਤੇ ਗੁਰੂ ਜੀ ਕਹਿੰਦੇ ਨੇ ਸਭ ਥਾਵਾਂ ਤੇ ਹੈ,
ਤੇ ਜਦੋਂ ਸਭ ਥਾਵਾਂ ਤੇ ਫਿਰ ਨਸ਼ਾ ਸਭ ਥਾਵਾਂ ਤੇ ਨਹੀਂ ਵਰਤਣਾ ਚਾਹੀਦਾ ਨਾ। ਫਿਰ ਅਸੀਂ ਸ਼ਰਾਬ ਆਪਣੇ ਘਰ ਵੀ ਨਹੀਂ ਪੀਵਾਂਗੇ ਨਾ, ਕਿਉਂਕਿ ਸਾਡੇ ਘਰ ਵੀ ਤੇ ਸ਼ਰਾਬ ਰੱਬ ਹੀ ਹੈ ਨਾ। ਫਿਰ ਤਾਂ ਰੱਬ ਸਾਡੇ ਘਰ ਵਿੱਚ ਵੀ ਹੈ। ਗੁਰਦੁਆਰੇ ਸਾਹਿਬ ਅਸੀਂ ਲੜਾਈ ਦੰਗਾ ਪਸੰਦ ਨਹੀਂ ਕਰਦੇ, ਕਰਨਾ ਵੀ ਨਹੀਂ ਚਾਹੀਦਾ, ਕਿਉਂਕਿ ਰੱਬ ਦਾ ਘਰ ਹੈ ਨਾ। ਤੇ ਆਹ ਤਾਂ ਸਾਰਾ ਸੰਸਾਰ ਰੱਬ ਦਾ ਘਰ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਫਿਰ ਦੂਜਿਆਂ ਨਾਲ ਅਸੀਂ ਕਿਉਂ ਲੜਾਂਗੇ? ਫਿਰ ਘਰ ਵਾਲੀ ਨਾਲ ਕਿਉਂ ਕਲੇਸ਼ ਪਵੇਗਾ? ਇਸ ਲਈ ਰੱਬ ਸਭ ਥਾਵਾਂ ਤੇ ਹੈ, ਉਹਦੇ ਗੁਣ ਸਭ ਥਾਵਾਂ ਤੇ ਨੇ। ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰਨਾ ਹੈ। ਜਦੋਂ ਤੱਕ ਅਸੀਂ ਇਹਨਾਂ ਚੀਜ਼ਾਂ ਤੇ ਅਮਲ ਨਹੀਂ ਕਰਦੇ, ਉਦੋਂ ਤੱਕ ਬਾਤ ਨਹੀਂ ਬਣਦੀ। ਇਹ ਸਮਾਜ, ਇਹ ਸੰਸਾਰ ਸਵਰਗ ਹੋ ਸਕਦਾ ਹੈ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਣ ਦਾ ਯਤਨ ਕਰੀਏ। ਨਾਨਾ ਬਿਦਕਰ ਬਨਤ ਬਣਾਈ। ਬਨਤ ਕਈ ਤਰੀਕਿਆਂ ਦੇ ਨਾਲ, ਬਣਾਈ ਦਾ ਮਤਲਬ ਬਣਾਈ ਹੈ, ਬਨਤ ਦਾ ਮਤਲਬ ਰਚਨਾ। ਕਈ ਤਰੀਕਿਆਂ ਦੇ ਨਾਲ ਇਹ ਰਚਨਾ ਰਚੀ ਗਈ ਹੈ। ਰਚਨਾ ਕਈਆਂ ਢੰਗਾਂ ਤਰੀਕਿਆਂ ਦੀ ਹੈ। ਜੇ ਇਹਦਾ ਅੰਤ ਪਾਣਾ ਚਾਹੀਏ ਤਾਂ ਅਸੀਂ ਇਹਦਾ ਅੰਤ ਨਹੀਂ ਪਾ ਸਕਾਂਗੇ ਕਿ ਕਿੰਨੇ ਕੁ ਢੰਗ ਨੇ, ਕਿੰਨੇ ਤਰੀਕੇ ਨੇ। ਹਰ ਇਨਸਾਨ ਦਾ ਜਾਂ ਹਰ ਜੀਵ ਜੰਤ ਦਾ ਆਪਣਾ ਜੀਵਨ ਹੈ। ਨਿੱਕੇ ਜਿਹੇ ਬੈਕਟੀਰੀਆ ਤੋਂ ਲੈ ਕੇ ਵੱਡੇ ਸਾਰੇ ਹਾਥੀ ਤੱਕ, ਡਾਇਨਾਸੌਰ ਤੱਕ, ਨਿੱਕੇ ਜਿਹੇ ਧੂੜ ਦੇ ਕਣ ਤੋਂ ਲੈ ਕੇ ਸਾਡੀ ਧਰਤੀ, ਉਸ ਤੋਂ ਬਾਅਦ ਸੂਰਜ, ਆਕਾਸ਼ ਗੰਗਾਵਾਂ, ਅਨੰਤ ਵਿਸਥਾਰ ਹੈ। ਕਈ ਮਿਲੀਅਨ ਟ੍ਰਿਲੀਅਨ ਲਾਈਟ ਈਅਰ ਤੱਕ ਇਹ ਬ੍ਰਹਿਮੰਡ ਫੈਲਿਆ ਹੋਇਆ ਹੈ। ਤਾਂ ਅਨੇਕਾਂ ਢੰਗ ਤਰੀਕੇ ਨੇ, ਕੋਈ ਇੱਕ ਤਰੀਕਾ ਨਹੀਂ ਹੈ, ਅਨੰਤ ਨੇ। ਤੇ ਇੱਥੋਂ ਸਾਡੀ ਜ਼ਿੰਦਗੀ ਵਾਸਤੇ ਅਸੂਲ ਕੀ ਨਿਕਲਦਾ ਹੈ? ਕਿਉਂਕਿ ਤਰੀਕੇ ਅਨੰਤ ਨੇ, ਵਿਸਥਾਰ ਅਨੰਤ ਹੈ, ਤਾਂ ਇਟ ਮੀਨਸ ਸਾਡੀ ਜ਼ਿੰਦਗੀ ਵਿੱਚ ਵੀ, ਸਾਡੇ ਗਿਆਨ ਦੇ ਵਿੱਚ ਅਨੰਤ ਵਿਸ਼ਾਲਤਾ ਦੀ ਪੋਸੀਬਿਲਿਟੀ ਹੈ। ਅਸੀਂ ਆਪਣੇ ਗਿਆਨ ਵਿੱਚ ਜਿੰਨਾ ਮਰਜ਼ੀ ਵਾਧਾ ਕਰ ਸਕਦੇ ਹਾਂ। ਸਾਡੇ ਅੰਦਰ ਅਨੰਤ ਗੁਣਾਂ ਦੀ ਪੋਸੀਬਿਲਿਟੀ ਹੈ, ਸੰਭਾਵਨਾ ਹੈ, ਕਿਉਂਕਿ ਅਨੰਤ ਗੁਣ ਭਰੇ ਪਏ ਨੇ ਅੰਦਰ। ਜਿੰਨਾ ਮਰਜ਼ੀ ਤੁਸੀਂ ਆਪਣੇ ਇੱਕ ਇੱਕ ਗੁਣ ਨੂੰ ਜਿੰਨਾ ਮਰਜ਼ੀ ਵਧਾ ਲਓ। ਦੇਖੋ, ਇੱਕ ਮਾਮੂਲੀ ਜੀ ਗੱਲ ਕਰੀਏ। ਅਸੀਂ ਘਰ ਵਿੱਚ ਸਬਜ਼ੀ ਬਣਾਉਂਦੇ ਹਾਂ ਤਾਂ ਉਹੀ ਰਿਫਾਈਨਡ ਤੇਲ ਅਸੀਂ ਪਾਵਾਂਗੇ, ਕਾਲੀਆਂ ਮਿਰਚਾਂ, ਮਸਾਲਾ, ਮਿਰਚ, ਪਿਆਜ਼ ਵਗੈਰਾ ਉਹੀ ਪਾਉਂਦੇ ਆ। ਹੁਣ ਜੇ ਮੈਂ ਸਬਜ਼ੀ ਬਣਾਵਾਂ ਤੇ ਮੇਰੇ ਖਿਆਲ ਚ ਕਲਾਸ ਵਾਲਿਆਂ ਤੋਂ, ਤੁਹਾਡੇ ਵਿੱਚੋਂ ਕਿਸੇ ਵੀ ਨਹੀਂ ਖਾਣੀ, ਕਿਉਂਕਿ ਬੰਨੀ ਇਸ ਟਾਈਪ ਦੀ ਹੈ। ਮਿਰਚਾਂ ਅੱਡ ਧਰਦੀਆਂ ਹੋਣਗੀਆਂ, ਗੰਢੇ ਅੱਡ ਧਰਦੇ ਹੋਣਗੇ, ਸਮਾਨ ਸਾਰਾ ਉਹੀ ਪਾਇਆ ਹੈ, ਪਰ ਸਬਜ਼ੀ ਸਵਾਦ ਨਹੀਂ ਬਣੀ। ਦੂਜਾ ਵੀਰ ਹੈ ਜਾਂ ਭੈਣ ਹੈ, ਉਹ ਸਬਜ਼ੀ ਥੋੜੀ ਸਵਾਦ ਬਣਾਉਂਦਾ, ਤੀਜਾ ਹੋਰ, ਖਰਚਾ ਉਨਾ ਹੀ ਹੋਇਆ। ਪਰ ਜਦੋਂ ਤੁਸੀਂ ਕਿਸੇ ਰੈਸਟੋਰੈਂਟ ਤੇ ਜਾ ਕੇ ਉਹੀ ਸਬਜ਼ੀ ਖਾਂਦੇ ਹੋ, 2 ਪਾਉਂਡ ਦੇ ਵਿੱਚ ਸਾਡੇ ਸਾਰੇ ਘਰ ਦੀ ਸਬਜ਼ੀ ਬਣ ਗਈ, ਪਰ ਉੱਥੇ ਤੁਹਾਨੂੰ 5 ਪਾਉਂਡ ਦੀ ਇੱਕ ਪਲੇਟ ਮਿਲੀ ਹੈ, ਲੇਕਿਨ ਉਹਦਾ ਘਰ ਨਾਲੋਂ ਥੋੜਾ ਸਵਾਦ ਜ਼ਿਆਦਾ ਹੈ। ਤੇ ਜੇ ਉਹ ਤੁਸੀਂ 5 ਸਟਾਰ ਹੋਟਲ ਵਿੱਚ ਜਾਓਗੇ ਤਾਂ ਉਹੀ ਸਬਜ਼ੀ ਜਿਹੜੀ ਇੱਕ ਪਲੇਟ ਤੁਹਾਨੂੰ 50 ਪਾਉਂਡ ਦੀ ਮਿਲੇਗੀ। ਬਣਾਈ ਤਾਂ ਉਹੀ ਸਬਜ਼ੀ ਉਸੇ ਚੀਜ਼ ਨਾਲ ਬਣੀ ਹੈ, ਉਹੀ ਅੱਗ, ਉਹੀ ਸਬਜ਼ੀ, ਉਹੀ ਮਸਾਲੇ ਨੇ, ਸਟੈਂਡਰਡ ਹੈ ਨਾ ਬਣਾਉਣ ਦਾ। ਤਾਂ ਇਹਦਾ ਮਤਲਬ ਇਹ ਨਹੀਂ ਕਿ 5 ਸਟਾਰ ਹੋਟਲ ਵਿੱਚ ਜਿਹੜੀ ਸਬਜ਼ੀ ਬਣੀ ਹੈ ਉਹਦੇ ਤੋਂ ਸਵਾਦ ਸਬਜ਼ੀ ਨਹੀਂ ਬਣ ਸਕਦੀ, ਉਹਦੇ ਤੋਂ ਵੀ ਸਵਾਦ ਬਣਾਈ ਜਾ ਸਕਦੀ ਹੈ, ਔਰ ਘਰ ਵਿੱਚ ਬਣਾ ਸਕਦੇ ਹੋ, ਕਿਉਂਕਿ ਉਹ ਵੀ ਤੇ ਬਣਾਉਣ ਵਾਲਾ ਬੰਦਾ ਹੀ ਹੈ ਨਾ, ਪ੍ਰੈਕਟਿਸ ਹੈ ਨਾ। ਤਾਂ ਆਪਣੇ ਕਿਸੇ ਵੀ ਇੱਕ ਗੁਣ ਨੂੰ ਤੁਸੀਂ ਜਿੰਨਾ ਮਰਜ਼ੀ ਵਧਾ ਸਕਦੇ ਹੋ, ਚਾਹੇ ਉਹ ਟੇਲਰਿੰਗ ਦਾ ਤੁਹਾਡਾ ਗੁਣ ਹੈ, ਕੰਪਿਊਟਰ ਦਾ ਹੈ, ਜਾਂ ਤੁਸੀਂ ਖੇਤੀਬਾੜੀ ਕਰਦੇ ਹੋ, ਦੁਕਾਨ ਕਰਦੇ ਹੋ, ਜਾਂ ਸਾਡੀ ਸ਼ਬਦਾਵਲੀ ਹੈ, ਸਾਡਾ ਰੋਜ਼ ਦਾ ਮਿਲਵਰਤਨ ਹੈ, ਕਿਸੇ ਵੀ ਚੀਜ਼ ਨੂੰ ਬਹੁਤ ਵਿਸਥਾਰ ਦੇ ਸਕਦੇ ਹੋ। ਮੈਂ ਜੋ ਆਪ ਨਾਲ ਸ਼ਬਦਾਵਲੀ ਬੋਲ ਰਿਹਾ, ਤੇ ਚੰਗੀ ਸ਼ਬਦਾਵਲੀ ਦਾ ਐਂਡ ਨਹੀਂ ਹੈ। ਇਹ ਸ਼ਬਦਾਵਲੀ ਨੂੰ ਹੋਰ ਸੁਧਾਰਿਆ ਜਾ ਸਕਦਾ ਹੈ, ਇਹਦੇ ਵਿੱਚ ਹੋਰ ਮਿਠਾਸ ਪੈਦਾ ਕੀਤੀ ਜਾ ਸਕਦੀ ਹੈ। ਤਾਂ ਸਾਨੂੰ ਇਸ ਪੰਕਤੀ ਦੇ ਵਿੱਚੋਂ ਆਸ਼ਾਵਾਦੀ ਬਣਨ ਵਾਸਤੇ ਬਹੁਤ ਕੁਝ ਮਿਲ ਰਿਹਾ ਹੈ, ਕਿਉਂਕਿ ਨਾਨਾ ਬਿਦ ਕਰ ਬੰਤ ਬਣਾਈ, ਅਨੰਤ ਖੋਜਾਂ ਅਸੀਂ ਕਰ ਸਕਦੇ ਹਾਂ, ਕਿਉਂਕਿ ਉਸ ਪ੍ਰਭੂ ਨੇ ਅਨੇਕਾਂ ਢੰਗਾਂ ਦੇ ਨਾਲ ਇਸ ਰਚਨਾ ਨੂੰ ਰਚਿਆ ਹੈ। ਆਪਣੀ ਕੀਮਤ ਆਪੇ ਪਾਈ, ਤੇ ਉਹ ਆਪਣੀ ਕੀਮਤ ਆਪ ਹੀ ਪਾ ਸਕਦਾ ਹੈ। ਯਾਨੀ ਜੇ ਕੁਦਰਤ ਦੀ ਕੀਮਤ ਨੂੰ ਕੋਈ ਬਿਆਨ ਕਰਨਾ ਚਾਹੇ ਤਾਂ ਬਿਆਨ ਨਹੀਂ ਕਰ ਪਾਓਗੇ। ਇਹ ਬ੍ਰਹਿਮੰਡ ਕਿੰਨਾ ਵੱਡਾ ਹੈ, ਇਹਨੂੰ ਕਿਵੇਂ ਬਿਆਨ ਕਰ ਪਾਵਾਂਗੇ? ਕੋਈ ਸਾਡੇ ਕੋਲ ਤਰੀਕਾ ਨਹੀਂ ਨਾ, ਢੰਗ ਨਹੀਂ ਹੈ, ਕਿਵੇਂ ਬਿਆਨ ਕਰ ਪਾਵਾਂਗੇ? ਰੱਬ ਕਿੱਡਾ ਵੱਡਾ ਹੈ ਕਿਵੇਂ ਕਹੋਗੇ? ਮੈਂ ਵੱਡਾ ਵੱਡਾ ਕਹਿ ਰਿਹਾ ਕਿ ਰੱਬ ਵੱਡਾ ਹੈ, ਤੁਸੀਂ ਵੀ ਕਹਿ ਰਹੇ ਹੋ, ਇੱਕ ਦੂਜੇ ਤੋਂ ਸੁਣ ਕੇ ਕਹਿ ਰਿਹਾ ਨਾ। ਗੁਰੂ ਜੀ ਕਹਿੰਦੇ ਨੇ, ਸੁਣ ਵੱਡਾ ਆਖੇ ਸਭ ਕੋਈ। ਸੁਣ ਸੁਣ ਕੇ ਸਾਰੇ ਕਹਿ ਰਹੇ ਆ, ਪਰ ਕੇਵਟ ਵੱਡਾ, ਉਹ ਕਿਹੜਾ ਵੱਡਾ ਹੈ?
ਡੀਠਾ ਹੋਏ ਤਾਂ ਕੋਈ ਕਹਿ ਸਕਦਾ, ਜੇ ਕਿਸੇ ਨੂੰ ਦਿਸਿਆ ਹੋਵੇ ਕਿ ਉਹਦੇ ਪੈਰਾਂ ਤੋਂ ਫੀਤਾ ਰੱਖ ਕੇ ਤੇ ਉੱਤੇ ਸਿਰ ਤੱਕ ਨਾਪਿਆ ਹੋਏ, ਫਿਰ ਤਾਂ ਪਤਾ ਹੋਏਗਾ ਕਿ ਮੈਂ ਉਹਦੇ ਸਿਰ ਤੱਕ ਫੀਤਾ ਨਾਪਿਆ, ਮੈਨੂੰ ਪਤਾ ਐਡਾ ਵੱਡਾ ਹੈ। ਨਾ ਤੇ ਆਦ ਵੇਖਿਆ ਨਾ ਅੰਤ ਵੇਖਿਆ, ਸੱਜੇ ਪਾਸਿਓਂ ਕਿੱਥੋਂ ਦੁਨੀਆ ਸ਼ੁਰੂ ਹੁੰਦੀ ਹੈ, ਖੱਬੇ ਪਾਸੇ ਕਿੱਥੇ ਜਾ ਕੇ ਮੁੱਕ ਜਾਂਦੀ ਹੈ, ਪਤਾ ਨਹੀਂ ਨਾ ਹੈ। ਥੱਲੋਂ ਕਿੱਥੋਂ ਸ਼ੁਰੂ ਹੋ ਰਹੀ ਹੈ, ਉੱਤੇ ਕਿੱਥੇ ਖਤਮ, ਕੋਈ ਆਦ ਅੰਤ ਕਿਸੇ ਨੇ ਵੇਖਿਆ ਹੋਏ ਤਾਂ ਦੱਸੇ ਨਾ। ਯਾਨੀ ਇਹਦਾ ਅੰਤ ਨਹੀਂ ਪਾਇਆ ਜਾ ਸਕਦਾ, ਕਦੇ ਵੀ ਅੰਤ ਨਹੀਂ ਪਾਇਆ ਜਾ ਸਕਦਾ, ਅਨੰਤ ਹੈ। ਸਭ ਘਟ ਤਿਸਕੇ ਸਭ ਤਿਸਕੇ ਠਾਉ। ਇੱਥੇ ਘਟ ਦਾ ਮਤਲਬ ਹੈ ਵਜੂਦ, ਸਰੀਰ। ਘਟ ਦਿਲ ਨੂੰ ਵੀ ਕਹਿੰਦੇ ਨੇ, ਘਟ ਹਿਰਦੇ ਨੂੰ ਵੀ ਕਹਿੰਦੇ ਨੇ, ਘਟ ਸਰੀਰ ਨੂੰ ਵੀ, ਘਟ ਘਟ ਨੂੰ ਵੀ ਕਹਿੰਦੇ ਨੇ, ਘੱਟ ਔਰ ਵੱਧ, ਔਰ ਘਟ ਘਟਾ ਨੂੰ ਵੀ ਕਹਿ ਦਿੰਦੇ ਨੇ। ਇੱਥੇ ਘਟ ਦਾ ਮਤਲਬ ਹੈ ਵਜੂਦ, ਸਾਰੇ ਵਜੂਦ ਉਹਦੇ ਨੇ, ਸਭ ਘਟ ਤਿਸਕੇ। ਵਜੂਦ ਦਾ ਮਤਲਬ ਇੱਕ ਨਿੱਕੇ ਜਿਹੇ ਬੈਕਟੀਰੀਆ ਤੋਂ ਲੈ ਕੇ ਵੱਡੇ ਹਾਥੀ ਡਾਇਨਾਸੌਰ ਤੱਕ, ਫਿਰ ਆ ਧਰਤੀ, ਚੰਦਰਮਾ, ਸੂਰਜ, ਗ੍ਰਹਿ, ਨਕਸ਼ਤਰ, ਤਾਰੇ, ਸਿਆਰੇ, ਸਿਤਾਰੇ, ਅਨੰਤ ਆਕਾਸ਼ ਗੰਗਾਵਾਂ, ਇਹ ਸਾਰੇ ਵਜੂਦ ਉਹਦੇ ਨੇ। ਸਭ ਤਿਸਕੇ ਠਾਉ, ਤੇ ਸਭ ਥਾਵਾਂ ਉਹਦੀਆਂ ਨੇ, ਯਾਨੀ ਸਭ ਥਾਵਾਂ ਤੇ ਉਹੀ ਹੈ, ਤੇ ਸਾਰੇ ਜਿੰਨੇ ਵਜੂਦ ਨੇ ਇਹ ਉਸੇ ਦਾ ਹੀ ਰੂਪ ਨੇ। ਗੁਰੂ ਸਾਹਿਬ ਨੇ ਕਿੰਨੇ ਪਿਆਰ ਨਾਲ ਸਾਨੂੰ ਸਮਝਾਇਆ ਹੈ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਆਨੰਦ ਸਾਹਿਬ ਦੀ ਪਾਵਨ ਬਾਣੀ ਵਿੱਚ ਅਸੀਂ ਵਿਚਾਰ ਕਰ ਚੁੱਕੇ ਹਾਂ। ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਇਹ ਮੇਰੇ ਨੇਤਰੋ, ਆ ਜਿਹੜਾ ਵਿਸ਼ਵ, ਆ ਸੰਸਾਰ ਤੁਸੀਂ ਵੇਖ ਰਹੇ ਹੋ, ਇਹ ਰੱਬ ਦਾ ਹੀ ਰੂਪ ਹੈ, ਉਹ ਵੱਖਰਾ ਨਹੀਂ ਹੈ। ਰੱਬ ਦਾ ਹੀ ਰੂਪ ਨਜ਼ਰੀ ਪੈ ਰਿਹਾ ਹੈ, ਤਾਂ ਰੱਬ ਕੋਈ ਵੱਖਰਾ ਨਹੀਂ ਹੈ, ਆਪ ਹੀ ਪਸਰਿਆ ਹੋਇਆ ਹੈ। ਤੇ ਜੇ ਅਸੀਂ ਇਸ ਚੀਜ਼ ਨੂੰ ਮੰਨੀਏ, ਇਸ ਚੀਜ਼ ਨੂੰ ਅਮਲ ਵਿੱਚ ਲਿਆਵੀਏ, ਜਿਵੇਂ ਗੁਰੂ ਜੀ ਨੇ ਸਾਨੂੰ ਕਿੰਨੇ ਪਿਆਰ ਨਾਲ ਸਮਝਾਇਆ ਹੈ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੁਇਦਾਈ ਦਾ, ਖੇਲੇ ਸਗਲ ਜਗਤ, ਸ਼ਲੋਕ ਅਸੀਂ ਸਾਰੇ ਰੋਜ਼ ਪੜ੍ਹਦੇ ਹਾਂ, ਸਾਰਿਆਂ ਨੂੰ ਯਾਦ ਹੈ। ਪਰ ਜੇ ਇਹਦੇ ਤੇ ਲੋਕਾਂ ਨੇ ਅਮਲ ਕੀਤਾ ਹੁੰਦਾ ਤਾਂ ਸ਼ਾਇਦ ਸਾਡੀ ਜ਼ਿੰਦਗੀ ਕੁਝ ਹੋਰ ਹੋਣੀ ਸੀ। ਜਿਵੇਂ ਅਸੀਂ ਗੁਰੂ ਜੀ ਦਾ ਸਤਿਕਾਰ ਕਰਦੇ ਹਾਂ, ਜਿਵੇਂ ਕਿਸੇ ਦਾ 2 4 5 20 10 20 ਬੰਦਿਆਂ ਦਾ ਇੱਕ ਗੁਰੂ ਹੋਵੇ, ਤੇ ਉਹ ਆਪਣੇ ਗੁਰ ਭਾਈ ਦੇ ਨਾਲ ਕਿੰਨਾ ਪਿਆਰ ਕਰਦੇ ਨੇ। ਨਿੱਕੇ ਨਿੱਕੇ ਬੱਚੇ ਨੇ, ਜਿਹੜੀ ਕਲਾਸ ਵਿੱਚ ਪੜ੍ਹਦੇ ਨੇ ਨਾ, ਤਾਂ ਕਲਾਸ ਟੀਚਰ ਇੱਕ ਹੈ ਨਾ, ਤੇ ਜਿਹੜੀ ਕਲਾਸ ਦੇ ਅੰਦਰ ਉਹ ਪੜ੍ਹਦੇ ਨੇ, ਉਹ ਕਲਾਸ ਟੀਚਰ ਜਿਸ ਕਲਾਸ ਨੂੰ ਪੜ੍ਹਾਉਂਦਾ ਹੈ, ਉਹ ਬੱਚੇ ਵੀ ਆਪਸ ਦੇ ਵਿੱਚ ਬੜਾ ਪਿਆਰ ਕਰਦੇ ਨੇ। ਅਸੀਂ ਨਿੱਕੇ ਨਿੱਕੇ ਹੁੰਦੇ ਸਾਂ, ਅੱਜ ਵੀ 5ਵੀਂ 6ਵੀਂ ਵਿੱਚ, ਕਿਉਂਕਿ ਉਦੋਂ ਥੋੜੀ ਸਮਝ ਆ ਜਾਂਦੀ ਬੰਦੇ ਨੂੰ, 5ਵੀਂ 6ਵੀਂ ਤੋਂ ਗੱਲਾਂ ਯਾਦ ਰਹਿ ਜਾਂਦੀਆਂ ਨੇ। ਅੱਜ ਵੀ ਅਸੀਂ ਆਪਣੇ 5ਵੀਂ 6ਵੀਂ 7ਵੀਂ 8ਵੀਂ 10ਵੀਂ ਤੱਕ ਜਿਹੜੇ ਸਾਡੇ ਨਾਲ ਬੱਚੇ ਪੜ੍ਹੇ, ਅੱਜ ਵੀ ਅਸੀਂ ਉਹਨਾਂ ਨੂੰ ਲੱਭਦੇ ਹਾਂ, ਜਿਨ੍ਹਾਂ ਨਾਲ ਅਸੀਂ ਕੱਟੀ ਕੀਤੀ ਸੀ। ਕਿ ਮੇਰੀ ਤੁਹਾਡੀ ਕੱਟੀ ਹੈ, ਸਾਡੇ ਟਾਈਮ ਤੇ ਕੱਟੀ ਚੀਚੀ ਨਾਲ ਕੱਟੀ ਹੋ ਜਾਂਦੀ ਸੀ, ਇਹਦੇ ਨਾਲ ਪੱਕੀ ਹੋ ਜਾਂਦੀ ਸੀ। ਜਿਨ੍ਹਾਂ ਨਾਲ ਅਸੀਂ ਕੱਚੀ ਕੱਟੀ ਕੀਤੀ ਸੀ, ਅੱਜ ਅਸੀਂ ਉਹਨਾਂ ਨੂੰ ਫੇਸਬੁੱਕ ਦੇ ਉੱਤੇ ਲੱਭਦੇ ਹਾਂ ਨਾ, ਕਿ ਸਾਡੇ ਉਹ ਬਚਪਨ ਦੇ ਸਾਥੀ ਮਿਲ ਜਾਣ, ਕਿੰਨਾ ਪਿਆਰ ਹੁੰਦਾ ਸੀ ਨਾ। ਤਾਂ ਪਵਨ ਗੁਰੂ, ਇਸੇ ਤਰ੍ਹਾਂ ਜਿਵੇਂ ਇੱਕ ਗੁਰ ਭਾਈ ਪਿਆਰ ਨਾਲ ਰਹਿੰਦੇ ਨੇ, ਇਹ ਪਵਨ ਜਿਹੜੀ ਹੈ ਸਾਡਾ ਗੁਰੂ ਤਰ੍ਹਾਂ ਸਤਿਕਾਰਯੋਗ ਸੀ। ਤਾਂ ਸਾਰੇ ਲੋਕ ਸਵਾਸ ਲੈ ਰਹੇ ਨੇ ਨਾ ਪਵਨ ਵਿੱਚੋਂ, ਤਾਂ ਫਿਰ ਅਸੀਂ ਐਵੇਂ ਰਵੀਏ ਇੱਕ ਦੂਜੇ ਦੇ ਨਾਲ, ਜਿਵੇਂ ਇੱਕ ਕਲਾਸ ਦੇ ਬੱਚੇ ਰਹਿੰਦੇ ਨੇ, ਗੁਰ ਭਾਈ ਰਹਿੰਦੇ ਨੇ। ਪਾਣੀ ਪਿਤਾ, ਜਿਵੇਂ ਇੱਕ ਪਿਤਾ ਦੇ 2 3 4 ਬੱਚੇ ਨੇ, ਤੇ ਉਹ ਭਰਾਵਾਂ ਦੇ ਵਿੱਚ ਬਰਾਬਰ ਦੀ ਪ੍ਰੋਪਰਟੀ ਵੰਡੀ ਜਾਂਦੀ ਹੈ। ਭਰਾ ਭੈਣਾਂ ਕਿੰਨਾ ਆਪਸ ਦੇ ਵਿੱਚ ਪਿਆਰ ਕਰਦੇ ਨੇ। ਜੇ ਕਿਤੇ ਬੋਲਚਾਲ ਬੰਦ ਵੀ ਹੋ ਜਾਏ ਤਾਂ ਰਿਸ਼ਤਾ ਉਹਨਾਂ ਦਾ ਟੁੱਟਦਾ ਨਹੀਂ, ਜੋ ਕੁਦਰਤੀ ਰਿਸ਼ਤੇ ਨੇ। ਫਿਰ ਵੀ ਕਹਿਣਾ ਪੈਂਦਾ ਹੈ ਕਿ ਮੇਰਾ ਭਰਾ ਹੈ, ਪਰ ਮੇਰੀ ਉਹਦੇ ਨਾਲ ਬੋਲਚਾਲ ਨਹੀਂ, ਇਹ ਗੱਲ ਵੱਖਰਾ ਟੌਪਿਕ ਹੈ। ਤਾਂ ਫਿਰ ਜੇ ਪਾਣੀ ਪਿਤਾ ਦੀ ਤਰ੍ਹਾਂ ਹੈ, ਤਾਂ ਫਿਰ ਸਾਰੇ ਅਸੀਂ ਐਵੇਂ ਰਹੀਏ ਨਾ, ਹਿੰਦੂ, ਮੁਸਲਮਾਨ, ਸਿੱਖ, ਈਸਾਈ ਆਦਿ ਜਿੰਨੇ ਵੀ ਲੋਕ ਨੇ, ਜਿਵੇਂ ਇੱਕ ਪਿਤਾ ਦੀ ਸੰਤਾਨ ਹੁੰਦੀ ਹੈ, ਜਿਵੇਂ ਇੱਕ ਮਾਂ ਦੀ ਸੰਤਾਨ ਹੁੰਦੀ ਹੈ। ਇਸ ਹਵਾ ਦਾ ਜੇ ਅਸੀਂ ਗੁਰੂ ਜੀ ਨਾਲ ਸਤਿਕਾਰ ਕੀਤਾ ਹੁੰਦਾ, ਹਵਾ ਦੇ ਵਿੱਚ ਪੋਲੂਸ਼ਨ ਨਹੀਂ ਸੀ ਨਾ ਫੈਲਣਾ। ਪਾਣੀ ਦਾ ਪਿਤਾ ਜੀ ਨਾਲ ਸਤਿਕਾਰ ਕਰਦੇ ਤਾਂ ਉਹ ਪਾਣੀ ਨੂੰ ਬੰਦਾ ਨਜਾਇਜ਼ ਨਹੀਂ ਨਾ ਬਹਾਏਗਾ, ਪਾਣੀ ਵਿੱਚ ਪੋਲੂਸ਼ਨ ਨਹੀਂ ਫੈਲਾਏਗਾ। ਧਰਤੀ ਦਾ ਜਿਹੜਾ ਮਾਂ ਜੀ ਨਾਲ ਸਤਿਕਾਰ ਕਰੇਗਾ, ਇਹ ਨਾ ਕੇਲਾ ਖਾ ਕੇ ਜਿੱਥੇ ਮਰਜ਼ੀ ਸੁੱਟ ਦੇਗਾ, ਟੌਫੀ ਖਾ ਕੇ ਜਿੱਧਰ ਮਰਜ਼ੀ ਗੰਦਗੀ ਫੈਲਾਏਗਾ, ਐਸਾ ਨਹੀਂ ਨਾ ਕਰੇਗਾ। ਸਭ ਘਟ ਤਿਸਕੇ ਸਭ ਤਿਸਕੇ ਠਾਉ, ਸਾਰੇ ਰੱਬ ਦੇ ਥਾਂ ਨੇ। ਤਾਂ ਕਿ ਕੋਈ ਕਿਸੇ ਧਰਮ ਸਥਾਨ ਵਿੱਚ ਗੰਦਗੀ ਫੈਲਾ ਸਕਦਾ ਕਿ ਬਾਹਰੋਂ ਕੂੜਾ ਲਿਆ ਕੇ ਤੇ ਧਰਮ ਸਥਾਨ ਵਿੱਚ ਸੁੱਟੇ? ਨਹੀਂ ਸੁੱਟੇਗਾ ਨਾ। ਤਾਂ ਜਦੋਂ ਸਾਰੇ ਥਾਂ ਹੀ ਰੱਬ ਦੇ ਨੇ, ਤਾਂ ਫਿਰ ਗੰਦਗੀ ਕਿਉਂ, ਨਫ਼ਰਤ ਕਿਉਂ, ਇੱਕ ਦੂਜੇ ਨਾਲ ਵੈਰ ਵਿਰੋਧ ਕਿਉਂ?
ਸਾਨੂੰ ਇੰਨੀ ਉੱਚੀ ਜ਼ਿੰਦਗੀ, ਜੀਵਨ ਦਾ ਢੰਗ, ਸੋਚ ਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਚੋਂ ਦੇ ਰਹੇ ਨੇ। ਸਭ ਘਟ ਤਿਸਕੇ ਸਭ ਤਿਸਕੇ ਠਾਉ, ਸਾਰੇ ਵਜੂਦ ਉਹਦੇ ਨੇ, ਸਾਰੇ ਥਾਂ ਉਹਦੇ ਨੇ। ਭਾਵ ਹਰ ਸਰੀਰ ਵਿੱਚ ਹਰ ਥਾਂ ਤੇਰਾ ਆਪ ਵਸ ਰਿਹਾ। ਜਪ ਜਪ ਜੀਵੈ ਨਾਨਕ ਹਰ ਨਾਉ। ਜਪ ਜਪ ਜੀਵੈ, ਇੱਥੇ ਥੋੜਾ ਰੁਕਣਾ ਹੈ। ਨਾਨਕ ਤੇ ਥੋੜਾ ਰੁਕਣਾ ਹੈ। ਹਰ ਨਾਉ। ਜਪ ਜਪ, ਜਪ ਦਾ ਮਤਲਬ ਹੁੰਦਾ ਹੈ ਜਾਣਨਾ, ਸਮਝਣਾ ਔਰ ਉਹਨੂੰ ਸਮਝ ਕੇ ਅਪਣਾਉਣਾ। ਨਾਉ ਦਾ ਮਤਲਬ ਹੈ ਨਿਆਂ, ਨਾਉ ਦਾ ਮਤਲਬ ਹੁਕਮ, ਨਿਆਂ ਜਾਂ ਹੁਕਮ। ਜਪ ਦਾ ਮਤਲਬ ਜਾਣਨਾ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜੋ ਰੱਬ ਦੇ ਦਾਸ ਨੇ, ਰੱਬ ਦੇ ਹੁਕਮ ਨੂੰ, ਜਪ ਦਾ ਮਤਲਬ ਜਾਣ ਕੇ, ਸਮਝ ਕੇ। ਨਾਉ ਦਾ ਮਤਲਬ ਹੁਕਮ, ਰੱਬ ਦੇ ਹੁਕਮ ਨੂੰ ਜਾਣ ਕੇ, ਸਮਝ ਕੇ, ਅਪਣਾ ਕੇ ਜੀਵੇ ਦਾ ਮਤਲਬ ਜਿਉਂਦੇ ਨੇ, ਆਤਮਿਕ ਜੀਵਨ ਜਿਉਂਦੇ ਨੇ। ਵੈਸੇ ਤਾਂ ਜ਼ਿੰਦਗੀ ਹਰ ਬੰਦਾ ਜੀ ਰਿਹਾ ਹੈ, ਮੈਂ ਵੀ ਜੀ ਰਿਹਾ, ਤੁਸੀਂ ਵੀ ਜੀ ਰਹੇ ਹੋ, ਹੋਰ ਵੀ ਲੋਕ ਜੀ ਰਹੇ ਨੇ, ਪਰ ਜੀ ਕਿਸ ਢੰਗ ਦੇ ਨਾਲ ਰਹੇ ਆ? ਗੁਰੂ ਜੀ ਅਸਲੀ ਜੀਵਨ ਉਹਨੂੰ ਕਹਿੰਦੇ ਨੇ ਜੋ ਸੱਚ ਦੇ ਨਾਲ ਜੁੜ ਗਿਆ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਜਿਸ ਦੀ ਸੋਚ ਸੱਚੀ ਹੈ, ਜਿਸ ਦੇ ਬੋਲ ਸੱਚੇ ਨੇ, ਜਿਸ ਦਾ ਵਿਹਾਰ ਸੱਚਾ ਹੈ, ਅਸਲੀ ਜ਼ਿੰਦਗੀ ਉਹ ਜੀ ਰਿਹਾ ਹੈ, ਉਹ ਜਿਉਂਦਾ ਇਨਸਾਨ ਹੈ। ਤੇ ਜਿਹੜਾ ਬੰਦਾ ਸੱਚ ਨਾਲੋਂ ਟੁੱਟ ਗਿਆ ਨਾ, ਜਿਸ ਦੀ ਸੋਚ ਸੱਚੀ ਨਹੀਂ, ਮੈਂਟੈਲਿਟੀ, ਮਾਨਸਿਕਤਾ ਸੱਚੀ ਨਹੀਂ, ਜੀਵਨ ਸੱਚਾ ਨਹੀਂ, ਗੁਰੂ ਜੀ ਉਹਨੂੰ ਮੋਇਆ ਹੋਇਆ ਸਮਝ ਰਹੇ ਨੇ। ਜਿਉਂਦਾ ਸਿਰਫ ਉਹ ਹੈ ਜੋ ਸੱਚ ਦੇ ਨਾਲ ਜੁੜਿਆ ਹੈ, ਬਾਕੀ ਜਿਉਂਦੀਆਂ ਲਾਸ਼ਾਂ ਨੇ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੀਤਾ ਕਿਛ ਖਾਏ। ਜੇ ਕੋਈ ਸੱਚ ਨੂੰ ਛੱਡ ਕੇ ਜੀ ਰਿਹਾ ਹੈ ਤਾਂ ਉਹਦਾ ਖਾਣਾ ਪੀਣਾ ਸਭ ਹਰਾਮ ਹੈ, ਬੇਕਾਰ ਹੈ, ਵਿਅਰਥ ਹੈ। ਇਸ ਲਈ ਮਰਣੰ ਬਿਸਰਣੰ ਗੋਬਿੰਦ ਹੈ, ਜੀਵਨੰ ਹਰ ਨਾਮ ਧਿਆਵਣੈ। ਜੀਣਾ ਹੈ ਸੱਚ ਦੇ ਨਾਲ ਜੁੜ ਕੇ, ਮੌਤ ਹੈ ਸੱਚ ਨੂੰ ਛੱਡ ਦੇਣਾ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਨਾਨਕ, ਆਖ ਕੇ ਜੋ ਰੱਬ ਦੇ ਪਿਆਰੇ ਨੇ, ਉਹ ਰੱਬੀ ਹੁਕਮ ਨੂੰ ਸਮਝ ਕੇ, ਰੱਬੀ ਹੁਕਮ ਅਨੁਸਾਰ ਜ਼ਿੰਦਗੀ ਜੀਂਦੇ, ਆਤਮਿਕ ਜੀਵਨ ਜੀਂਦੇ ਨੇ, ਇਨਸਾਨੀਅਤ ਵਾਲੀ ਜ਼ਿੰਦਗੀ ਜੀਂਦੇ ਨੇ। ਨਾਮ ਕੇ ਧਾਰੇ ਸਗਲੇ ਜੰਤ। ਧਾਰੇ ਦਾ ਮਤਲਬ ਆਸਰੇ, ਤੇ ਇੱਥੇ ਨਾਮ ਦਾ ਮਤਲਬ ਹੈ ਹੁਕਮ। ਹੁਕਮ, ਰਜਾ, ਭਾਣਾ ਜਾਂ ਲੇਖ, ਇਹਨਾਂ ਸਾਰੇ ਸ਼ਬਦਾਂ ਵਾਸਤੇ ਅਸੀਂ ਇੱਕ ਸ਼ਬਦ ਵਰਤ ਸਕਦੇ ਹਾਂ, ਸਿਸਟਮ। ਕਿਉਂਕਿ ਅੱਜ ਇੰਗਲਿਸ਼ ਦਾ ਥੋੜਾ ਬੋਲਬਾਲਾ ਹੈ ਤੇ ਇੰਗਲਿਸ਼ ਦੇ ਸ਼ਬਦ ਨੂੰ ਸਾਰੇ ਸਮਝ ਜਾਣਗੇ। ਵੈਸੇ ਹੁਕਮ, ਰਜ਼ਾ, ਭਾਣਾ, ਲੇਖ, ਇਹ ਵਰਡ ਵੀ ਹੁਕਮ ਦਾ, ਇਹਦਾ ਸਿਸਟਮ ਦਾ ਹੀ ਅਰਥ ਰੱਖਦੇ ਨੇ। ਲਾ ਆਫ ਨੇਚਰ, ਕਈ ਵੀ ਲਾ ਆਫ ਫਿਜ਼ਿਕਸ ਵੀ ਵਰਤ ਲੈਂਦੇ ਨੇ, ਲੇਕਿਨ ਲਾ ਆਫ ਨੇਚਰ ਸ਼ਬਦ ਜ਼ਿਆਦਾ ਬੈਟਰ ਹੈ, ਕਿਉਂਕਿ ਉਸ ਨੇਚਰ ਦੇ ਅੰਦਰ ਫਿਜ਼ਿਕਸ ਵਗੈਰਾ ਵੀ ਸਾਰਾ ਕੁਝ ਆ ਜਾਏਗਾ ਇਸ ਸਾਰੇ ਬ੍ਰਹਿਮੰਡ ਦੇ ਅੰਦਰ। ਨਾਮ ਦਾ ਮਤਲਬ ਹੁਕਮ, ਹੁਕਮ ਦਾ ਮਤਲਬ ਸਿਸਟਮ, ਧਾਰੇ ਦਾ ਮਤਲਬ ਆਸਰੇ। ਸਾਰੇ ਜੀ ਜੰਤ ਅਕਾਲ ਪੁਰਖ ਦੇ ਹੁਕਮ ਦੇ ਆਸਰੇ ਨੇ। ਹੁਕਮ ਦਾ ਮਤਲਬ ਸਿਸਟਮ ਦੇ ਬੱਧੇ ਹੋਏ ਨੇ। ਧਰਤੀ ਜੇ ਖੜੀ ਹੈ ਨਾ, ਇਹਦੇ ਥੱਲੇ ਕੋਈ ਥੰਮੀ ਨਹੀਂ ਹੈ, ਚੰਦਰਮਾ ਦੇ ਥੱਲੇ ਕੋਈ ਥੰਮੀ ਨਹੀਂ, ਸੂਰਜ ਹੈ, ਗ੍ਰਹਿ ਨਕਸ਼ਤਰ ਨੇ, ਤਾਰੇ ਸਿਆਰੇ ਸਿਤਾਰੇ, ਅਨੰਤ ਆਕਾਸ਼ ਗੰਗਾਵਾਂ ਨੇ, ਔਰ ਕਈ ਤਾਰੇ ਤਾਂ ਲੱਖਾਂ ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਦੇ ਨਾਲ ਭੁਆਟਣੀਆਂ ਬੰਨੀਆਂ ਹੋਈਆਂ ਨੇ। ਸਾਰਾ ਸਿਸਟਮ ਹੈ ਨਾ। ਇੱਕ ਕਣਕ ਬੀਜ ਰਹੇ ਆ, ਜੌਂ ਬੀਜ ਰਹੇ ਆ, ਛੋਲੇ ਬੀਜ ਰਹੇ ਆ, ਝੋਨਾ ਬੀਜ ਰਹੇ ਆ, ਬਦਾਮ ਪੈਦਾ ਹੋ ਰਹੇ ਨੇ, ਕਾਜੂ ਪੈਦਾ ਹੋ ਰਹੇ ਨੇ, ਇਹ ਸਾਰਾ ਕੁਝ ਸਿਸਟਮ ਹੈ ਨਾ। ਜੇ ਸਿਸਟਮ ਤੋਂ ਬਾਹਰ ਚਾਹੋ ਤਾਂ ਕੁਝ ਨਹੀਂ ਹੋਏਗਾ। ਜੇ ਕੋਈ ਮਕਾਨ ਦੇ ਛੱਤ ਉੱਤੇ ਜਿੱਥੇ ਫਰਸ਼ ਪਿਆ ਹੈ, ਤਿਹਾੜ ਦੇ ਦਿਨ ਹੋਣ ਤੇ ਉੱਤੇ ਛੱਟਾ ਦੇ ਆਵੇ ਕਣਕ ਦਾ, ਕਿ ਮੈਂ ਮਕਾਨ ਦੇ ਉੱਤੇ ਕਣਕ ਦਾ ਛੱਟਾ ਦੇ ਆਇਆ ਫਰਸ਼ ਤੇ ਹੁਣ 5-4 ਦਿਨ ਦੇ ਵਿੱਚ ਕਣਕ ਉਗ ਜਾਏਗੀ ਤੇ ਫਿਰ ਕਣਕ ਵੱਢਾਂਗੇ, ਐਵੇਂ ਥੋੜੀ ਹੋਏਗਾ। ਸਿਸਟਮ ਹੈ ਨਾ। ਮੌਸਮ ਵੀ ਹੋਵੇ, ਪੈਲੀ ਵਾਈ ਹੋਵੇ, ਵੱਤਰ ਹੋਵੇ, ਤਾਂ ਹੀ ਕੋਈ ਫਸਲ ਪੈਦਾ ਹੋਏਗੀ ਨਾ। ਜੇ ਕਰੂਤਾ ਬੀਜੋਗੇ ਤੇ ਨਹੀਂ ਜੰਮੇਗਾ। ਕਰੂਤਾ ਬੀਜ ਬੀਜੇ ਨਹੀਂ ਜੰਮੇ, ਸਬਲਾਹਾ ਮੂਲ ਗਵਾਏਂਦਾ। ਸਿਸਟਮ ਦੇ ਅੰਦਰ ਹੋਏਗਾ, ਹਰ ਚੀਜ਼ ਸਿਸਟਮ ਵਿੱਚ ਹੈ। ਜੇ ਮੈਂ ਚਾਹਾਂ ਕਿ ਮੈਂ ਕਾਰਬਨ ਮੋਨੋਆਕਸਾਈਡ ਦੇ ਨਾਲ ਜਿੰਦਾ ਰਹਾ ਤਾਂ ਨਹੀਂ ਰਹਿ ਸਕਦਾ। ਇਹਨੂੰ ਕਹਿੰਦੇ ਨੇ ਨਾਮ ਕੇ ਧਾਰੇ ਸਗਲੇ ਜੰਤ। ਨਾਮ ਦਾ ਮਤਲਬ ਹੁਕਮ, ਧਾਰੇ ਦਾ ਮਤਲਬ ਆਸਰੇ। ਸਾਰੇ ਜੀਵ ਜੰਤ ਹੁਕਮ ਦੇ ਆਸਰੇ ਨੇ, ਹੁਕਮ ਦੇ ਬੱਝੇ ਹੋਏ ਨੇ, ਸਿਸਟਮ ਦੇ ਅੰਦਰ ਜ਼ਿੰਦਗੀ ਜੀ ਰਹੇ ਨੇ। ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਖੰਡ ਦਾ ਮਤਲਬ ਹਿੱਸੇ, ਟੋਟੇ, ਜਿੰਨੇ ਵੀ ਜਜ਼ੀਰੇ ਨੇ, ਸਾਡੇ ਦੇਸ਼ ਨੇ, ਧਰਤੀਆਂ ਨੇ,
ਇਹ ਸਾਰੇ ਹਿੱਸੇ ਪ੍ਰਭੂ ਦੇ ਟਿਕਾਏ ਹੋਏ ਨੇ। ਨਾਮ ਮੀਨਸ ਹੁਕਮ, ਧਾਰੇ ਦਾ ਮਤਲਬ ਟਿਕਾਏ ਹੋਏ, ਆਸਰੇ ਸਾਰੇ ਹੁਕਮ ਦੇ ਅੰਦਰ ਬੱਝੇ ਹੋਏ ਨੇ ਖੰਡ ਮੰਡਲ ਬ੍ਰਹਿਮੰਡ। ਨਾਮ ਕੇ ਧਾਰੇ ਸਿਮਰਿਤ ਵੇਦ ਪੁਰਾਨ, ਜੋ ਸਿਮਰਤੀਆਂ ਵੇਦ ਪੁਰਾਨ ਆਦਿਕ ਪਠਨ ਪਾਠਨ ਕਰਨ ਵਾਲੇ ਨੇ ਉਹ ਵੀ ਹੁਕਮ ਦੇ ਅੰਦਰ ਬੱਝੇ ਹੋਏ ਨੇ, ਹੁਕਮ ਤੋਂ ਬਾਹਰ ਨਹੀਂ ਹਨ। ਜੇ ਕੋਈ ਕਹੇ ਕਿ ਸਿਮਰਤੀਆਂ ਸ਼ਾਸਤਰਾਂ ਦੇ ਅੰਦਰ ਜੋ ਮੈਂ ਪੜ੍ਹਿਆ ਹੈ, ਜੋ ਕੁਛ ਵੀ ਮੈਂ ਪੜ੍ਹਦਾ ਹਾਂ ਸਿਮਰਤੀਆਂ ਸ਼ਾਸਤਰਾਂ ਨੂੰ, ਤੇ ਪੜ੍ਹਨ ਵਾਲਾ ਇਹ ਕਹੇ ਕਿ ਮੈਂ ਹੁਕਮ ਤੋਂ ਬਾਹਰ ਕੁਛ ਕਰ ਸਕਦਾ ਹਾਂ, ਤਾਂ ਕਿ ਉਹ ਕਰ ਸਕਦਾ ਕੁਛ ਵੀ ਨਹੀਂ। ਕਿ ਉਹ ਕਿਸੇ ਵੀ ਧਰਮ ਗ੍ਰੰਥ ਵਿੱਚੋਂ ਇਹ ਚੀਜ਼ ਪੇਸ਼ ਕਰ ਸਕਦਾ ਕਿ ਇਹ ਹੁਕਮ ਤੋਂ ਬਾਹਰ ਹੋ ਸਕਦੀ ਹੈ? ਨਹੀਂ ਹੋ ਸਕਦੀ। ਤਾਂ ਗੁਰੂ ਦੀਆਂ ਵੇਦ ਪੁਰਾਣ ਸ਼ਾਸਤਰ ਜਿੰਨੇ ਵੀ ਪੜ੍ਹਨ ਵਾਲੇ ਵਿਚਾਰਨ ਵਾਲੇ ਨੇ ਉਹ ਰੱਬ ਦੇ ਹੁਕਮ ਤੋਂ ਬਾਹਰ ਨਹੀਂ ਹਨ। ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਜੋ ਗਿਆਨ ਦੀਆਂ ਗੱਲਾਂ ਸੁਣਦੇ ਨੇ ਜਾਂ ਕਿਸੇ ਚੀਜ਼ ਦੇ ਅੰਦਰ ਸੁਰਤ ਜੋੜਨੀ ਧਿਆਨ ਦੀ ਗੱਲ ਹੈ, ਇਹ ਸਭ ਨਾਮ ਕੇ ਧਾਰੇ ਯਾਨੀ ਰੱਬੀ ਹੁਕਮ ਦੇ ਆਸਰੇ ਹਨ। ਚਾਹੇ ਕੋਈ ਗਿਆਨ ਸੁਣਨ ਵਾਲਾ ਹੈ, ਗਿਆਨ ਬਿਆਨ ਕਰਨ ਵਾਲਾ ਹੈ, ਜਾਂ ਕੋਈ ਧਿਆਨ ਸਮਾਧੀ ਲਾਉਣ ਵਾਲਾ ਹੈ, ਸੁਰਤ ਜੋੜਨ ਵਾਲਾ ਹੈ, ਇਹ ਰੱਬੀ ਹੁਕਮ ਤੋਂ ਬਾਹਰ ਨਹੀਂ ਹਨ। ਜੇ ਕੋਈ ਗਿਆਨੀ ਪੁਰਸ਼ ਇਹ ਕਹੇ ਕਿ ਮੈਂ ਰੱਬੀ ਹੁਕਮ ਤੋਂ ਬਾਹਰ ਕੁਝ ਕਰ ਸਕਦਾ, ਤਾਂ ਇਹ ਗਲਤ ਗੱਲ ਹੋਏਗੀ, ਇੱਕ ਫੁਕਰੀ ਹੋਏਗੀ, ਇਹ ਝੂਠੀ ਗੱਪ ਹੋਏਗੀ। ਤੇ ਜੇ ਕੋਈ ਸਮਾਧੀ ਲਾਉਣ ਵਾਲਾ ਬੰਦਾ ਕਹੇ ਕਿ ਮੈਂ ਤੇ ਮਾਲਾ ਫੇਰਦਾ, ਮੈਂ ਸਮਾਧੀਆਂ ਲਾਉਂਦਾ ਹਾਂ, ਤੇ ਮੈਂ ਇਹਨਾਂ ਸਮਾਧੀਆਂ ਦੇ ਵਿੱਚ ਲੀਨ ਹਾਂ ਕਿ ਮੈਂ ਸਮਾਧੀਆਂ ਲਾ ਲਾ ਕੇ ਐਸੀ ਕਲਾ ਪ੍ਰਾਪਤ ਕਰ ਲਈ ਹੈ ਕਿ ਮੈਂ ਕੁਦਰਤ ਦੇ ਨਿਯਮਾਂ ਤੋਂ ਬਾਹਰ ਕੁਝ ਕਰ ਸਕਦਾ ਹਾਂ, ਤਾਂ ਕੀ ਐਸਾ ਕਰ ਸਕਦਾ ਹੈ ਜੀ ਕੋਈ? ਬਿਲਕੁਲ ਵੀ ਨਹੀਂ ਹੈ। ਤਾਂ ਇਸ ਲਈ ਚਾਹੇ ਕੋਈ ਗਿਆਨ ਬਿਆਨ ਕਰਨ ਵਾਲਾ ਹੈ, ਸੁਰਤ ਜੋੜਨ ਵਾਲਾ ਹੈ, ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਇਹਨਾਂ ਸਾਰਿਆਂ ਨੂੰ ਹੁਕਮ ਦੇ ਅੰਦਰ ਹੀ ਵਿਚਰਨਾ ਪਵੇਗਾ। ਇਸ ਲਈ ਮਹਾਨਤਾ ਰੱਬੀ ਹੁਕਮ ਦੀ ਹੈ। ਅਗਲਾ ਬਚਨ ਗੁਰਦੇਵ ਪਾਤਸ਼ਾਹ ਜੀ ਕਰਦੇ ਨੇ, ਨਾਮ ਕੇ ਧਾਰੇ ਆਗਾਸ ਪਾਤਾਲ। ਇਹਨੂੰ ਪਤਾਲ ਨਹੀਂ ਪੜਨਾ, ਪਾਤਾਲ, ਪੱਪੇ ਦੇ ਨਾਲ ਕੰਨਾ, ਐੜੇ ਦੇ ਨਾਲ ਵੀ ਕੰਨਾ, ਆਗਾਸ ਪਾਤਾਲ। ਰੱਬੀ ਹੁਕਮ ਦੇ ਆਸਰੇ ਆਕਾਸ਼ ਨੇ, ਰੱਬੀ ਹੁਕਮ ਦੇ ਆਸਰੇ ਪਤਾਲ ਨੇ, ਯਾਨੀ ਆਕਾਸ਼ ਪਤਾਲ ਉੱਚੀਆਂ ਨੀਵੀਆਂ ਥਾਵਾਂ, ਇਹ ਸਭ ਰੱਬ ਦੇ ਹੁਕਮ ਦੇ ਅੰਦਰ ਨੇ। ਨਾਮ ਕੇ ਧਾਰੇ ਸਗਲ ਆਕਾਰ, ਇਹਨੂੰ ਆਕਾਰ ਨਹੀਂ ਪੜਨਾ, ਆਕਾਰ, ਐੜੇ ਦੇ ਨਾਲ ਕੰਨਾ ਬੁਲਾਣਾ ਹੈ। ਨਾਮ ਦਾ ਮਤਲਬ ਰੱਬ ਦਾ ਹੁਕਮ, ਧਾਰੇ ਦਾ ਮਤਲਬ ਆਸਰੇ। ਜਿੰਨੇ ਵੀ ਸਾਰੇ ਸਰੀਰ ਨੇ ਆਕਾਰ ਨੇ, ਚਾਹੇ ਉਹ ਪਸ਼ੂ ਪੰਛੀਆਂ ਦੇ ਆਕਾਰ ਨੇ, ਜਾਂ ਵਨਸਪਤੀ ਦੇ ਆਕਾਰ ਨੇ, ਜਾਂ ਮਿੱਟੀ ਪੱਥਰ ਪੌਣ ਪਾਣੀ ਆਦਿਕ ਦੇ ਆਕਾਰ ਨੇ, ਜਿੰਨਾ ਵੀ ਅਦਿਸ਼ਟ ਜਗਤ ਜਿੰਨੇ ਵੀ ਆਕਾਰ ਨੇ, ਇਹ ਸਭ ਹੁਕਮ ਦੇ ਵਿੱਚ ਨੇ, ਹੁਕਮ ਦੇ ਟਿਕਾਏ ਹੋਏ ਨੇ। ਹੁਕਮ ਦੇ ਵਿੱਚ ਉਤਪत्ति, ਲਹਿਤਾ, ਪਾਲਣਾ, ਸੰਚਾਲਨ ਹੋ ਰਿਹਾ ਹੈ। ਨਾਮ ਦਾ ਮਤਲਬ ਹੁਕਮ, ਧਾਰੇ ਦਾ ਮਤਲਬ ਆਸਰੇ, ਸਭ ਹੁਕਮ ਦੇ ਆਸਰੇ ਨੇ, ਹੁਕਮ ਤੋਂ ਬਾਹਰ ਨਹੀਂ ਹਨ। ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਤਾਂ ਪੁਰੀਆਂ ਦਾ ਮਤਲਬ ਸੰਸਾਰ ਨੂੰ 14 ਹਿੱਸਿਆਂ ਵਿੱਚ ਵੰਡਿਆ ਹੈ। 14 ਪੁਰੀਆਂ ਹਿੰਦੂ ਵੀਰ ਮੰਨਦੇ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਵੇਂ ਭਵਨ ਨੇ, ਤਾਂ ਜਿੰਦੇ 3 ਭਵਨ ਨੇ, 14 ਲੋਕ ਨੇ, ਮੰਨੇ ਗਏ ਨੇ। ਇਹਨਾਂ ਦੀ ਕੋਈ ਗਿਣਤੀ ਮਿੰਤੀ ਨਹੀਂ ਹੈ। ਜਿਵੇਂ 3 ਲੋਕ ਕਹਿ ਦਿੰਦੇ ਨੇ, ਸਵਰਗ, ਮਾਤ ਲੋਕ ਤੇ ਪਤਾਲ ਲੋਕ, ਯਾਨੀ ਉੱਚੀਆਂ ਥਾਵਾਂ, ਨੀਵੀਆਂ ਥਾਵਾਂ ਔਰ ਮੈਦਾਨੀ ਇਲਾਕੇ, ਔਰ 14 ਜਿਹੜੇ ਨੇ ਲੋਕ ਮੰਨੇ ਨੇ। ਤਾਂ ਗੁਰੂ ਪਾਤਸ਼ਾਹ ਜੀ ਇੱਥੇ ਪੁਰੀਆਂ ਭਵਨ ਕਹਿ ਕੇ ਸਾਰੇ ਸੰਸਾਰ ਦੀ ਗੱਲ ਕਰ ਰਹੇ ਨੇ ਕਿ ਤਿੰਨੇ ਹੀ ਭਵਨ ਤੇ 14 ਲੋਕ, ਯਾਨੀ ਪੂਰਾ ਸੰਸਾਰ, ਇਹ ਸਭ ਕੁਝ ਨਾਮ ਕੇ ਧਾਰੇ ਰੱਬ ਦੇ ਹੁਕਮ ਦੇ ਆਸਰੇ ਨੇ, ਸਿਸਟਮ ਦੇ ਆਸਰੇ ਨੇ। ਸਿਸਟਮ ਤੋਂ ਬਾਹਰ ਕੁਝ ਵੀ ਨਹੀਂ ਹੈ। ਨਾਮ ਕੇ ਸੰਗ ਉਧਰੇ ਸੁਣ ਸ਼ਰਵਨ, ਸੁਣ ਸ਼ਰਵਨ ਕੰਨੀ ਸੁਣ ਕੇ, ਸ਼ਰਵਨ ਦਾ ਮਤਲਬ ਕੰਨਾਂ ਦੇ ਨਾਲ। ਨਾਮ ਕੇ ਸੰਗ, ਸੰਗ ਦਾ ਮਤਲਬ ਸੰਗਤ ਵਿੱਚ, ਪ੍ਰਭੂ ਵਿੱਚ ਜੁੜ ਕੇ, ਨਾਮ ਕੰਨੀ ਸੁਣ ਕੇ ਬੰਦਾ ਵਿਕਾਰਾਂ ਤੋਂ ਬਚ ਜਾਂਦਾ ਹੈ। ਨਾਮ ਕੇ ਸੰਗ, ਹੁਕਮ ਦੀ ਸੰਗਤ ਵਿੱਚ, ਯਾਨੀ ਹੁਕਮ ਬਾਰੇ ਕੰਨਾਂ ਦੇ ਨਾਲ ਸੁਣ ਕੇ ਉਹਦੇ ਤੇ ਅਮਲ ਕਰਕੇ ਬੰਦਾ ਵਿਕਾਰਾਂ ਤੋਂ ਬਚ ਜਾਂਦਾ ਹੈ। ਜਿੰਨੇ ਵੀ ਸਾਡੇ ਪਾਪ ਨੇ, ਵਿਕਾਰ ਨੇ,
ਜਾਂ ਸਾਡੇ ਦੁੱਖ ਨੇ, ਕਲੇਸ਼ ਨੇ, ਲੜਾਈ ਦੰਗੇ ਫਸਾਦ ਨੇ, ਇਹ ਸਾਰੇ ਕਿਵੇਂ ਮੁੱਕ ਸਕਦੇ ਨੇ ਜੇ ਨਾਮ ਬਾਰੇ ਅਸੀਂ ਸੁਣੀਏ, ਹੁਕਮ ਬਾਰੇ, ਔਰ ਹੁਕਮ ਨੂੰ ਸਮਝੀਏ ਤੇ ਫਿਰ ਹੁਕਮ ਮੁਤਾਬਕ ਜ਼ਿੰਦਗੀ ਜੀਵੀਏ, ਤਾਂ ਅਸੀਂ ਵਿਕਾਰਾਂ ਤੋਂ ਬਚ ਸਕਦੇ ਹਾਂ। ਇਸ ਲਈ ਸਾਨੂੰ ਸੁਣਨਾ ਚਾਹੀਦਾ ਹੈ ਸੱਚ। ਇਸ ਧਰਮ ਨੂੰ ਮੇਰੇ ਹੋ ਸੱਚ ਸੁਣਨੇ ਨੂੰ ਪਠਾਏ। ਆਮ ਬੰਦੇ ਦੀ ਪ੍ਰੋਬਲਮ ਕੀ ਹੈ? ਸਾਡੀਆਂ ਸਮੱਸਿਆਵਾਂ ਸੋਲਵ ਕਿਉਂ ਨਹੀਂ ਹੁੰਦੀਆਂ? ਸਮਾਜ ਦੇ ਅੰਦਰ ਵਿਕਾਸ ਕਿਉਂ ਨਹੀਂ ਹੋਇਆ? ਭਰਾਤਰੀ ਭਾਵ ਕਿਉਂ ਨਹੀਂ ਪੈਦਾ ਹੋਇਆ? ਉਹਦਾ ਰੀਜ਼ਨ ਹੈ ਕਿ ਅਸੀਂ ਹੁਕਮ ਦੀ ਗੱਲ ਸੁਣੀ ਹੀ ਨਹੀਂ। ਆਮ ਜਦੋਂ ਬੰਦੇ ਦੀ ਜ਼ਿੰਦਗੀ ਵਿੱਚ ਦੁੱਖ ਹੁੰਦਾ ਹੈ ਤਾਂ ਉਹ ਕਿਸੇ ਜੋਤਸ਼ੀ ਕੋਲ ਚਲਾ ਜਾਂਦਾ ਹੈ। ਜੋਤਸ਼ੀ ਕੋਲੋਂ ਪੁੱਛਾਂ ਕਿ ਮੇਰੇ ਦੁੱਖਾਂ ਦਾ ਕਾਰਨ ਕੀ ਹੈ, ਤੇ ਜੋਤਸ਼ੀ ਫਿਰ ਦੱਸਦਾ ਹੈ ਤੇਰੇ ਦੁੱਖਾਂ ਦਾ ਕਾਰਨ ਸ਼ਨੀ ਦੇਵਤਾ। ਤੇ ਸ਼ਨੀ ਦੇਵਤੇ ਦਾ ਇਲਾਜ ਕੀ ਹੈ? ਸ਼ਨੀ ਦੇਵਤੇ ਦਾ ਇਲਾਜ ਹੈ ਸਰੋਂ ਦਾ ਤੇਲ, ਕਾਲੇ ਛੋਲੇ। ਅਗਲਾ ਪਾਈਆ ਛੋਲੇ ਤੇ ਕੋਈ ਅੱਧਾ ਕਿਲੋ ਤੇਲ ਦੇ ਆਉਂਦਾ। ਤੇ ਜੇ ਉਸ ਪੁਜਾਰੀ ਦੇ ਘਰ ਦੇ ਵਿੱਚ ਸ਼ਾਮ ਤੱਕ ਹਰ ਸੈਚਰਡੇ ਜੇ 20-50 ਬੰਦੇ ਵੀ ਪਾਈਆ ਛੋਲੇ ਵੀ ਅੱਧਾ ਕਿਲੋ ਤੇਲ ਦੇ ਜਾਣ, ਤੇ ਅਗਲੇ ਦਾ 10 ਲੀਟਰ ਤੇਲ ਬਣ ਗਿਆ ਸ਼ਾਮ ਤੱਕ, 5-7 ਕਿਲੋ ਛੋਲੇ ਬਣ ਗਏ। ਤੇ ਜਿੰਨੇ ਛੋਲੇ ਤੇ ਤੇਲ ਦੇ ਕੇ ਜਾਣਾ ਉਹਨੇ ਨਾਲ ਕੋਈ 150, 200, 500 ਰੁਪਈਆ ਵੀ ਦੇ ਕੇ ਜਾਏਗਾ, ਤਾਂ ਸ਼ਨੀਵਾਰ ਸਫਲ ਹੋ ਗਿਆ ਨਾ ਉਹਦਾ। ਤਾਂ ਤੇ ਜਿਨ੍ਹਾਂ ਨੇ ਦਿੱਤੇ, ਹੁਣ ਛੋਲੇ ਦੇਣ ਨਾਲ ਸ਼ਨੀਵਾਰ ਥੋੜੀ, ਸ਼ਨੀ ਗ੍ਰਹਿ ਅੱਗੇ ਥੋੜੀ ਪਿੱਛੇ ਹੋ ਜਾਣਾ। ਸ਼ਨੀਵਾਰ, ਸ਼ਨੀ ਗ੍ਰਹਿ ਜਿਹੜਾ ਹੈ ਧਰਤੀ ਨਾਲੋਂ ਕਿੰਨਾ ਵੱਡਾ ਹੈ, ਤੇ ਪਾਈਆ ਛੋਲਿਆਂ ਨਾਲ ਅੱਗੇ ਪਿੱਛੇ ਥੋੜੀ ਹੋ ਜਾਣਾ। ਸ਼ਨੀ ਗ੍ਰਹਿ ਕੋਈ ਆ ਲੱਕੜਾਂ ਦਾ ਦਰਵਾਜ਼ਾ ਤੇ ਨਹੀਂ ਨਾ ਵੀ ਉਹਦੇ ਵਿੱਚ ਥੋੜਾ ਜਿਹਾ ਤੇਲ ਪਾਓਗੇ ਤੇ ਸੌਖਾ ਚੱਲ ਜਾਏਗਾ ਅੱਗੇ ਨੂੰ। ਇਸ ਲਈ ਅਸੀਂ ਸੁਣਦੇ ਹੀ ਐਸੀਆਂ ਚੀਜ਼ਾਂ ਵਾ। ਬਾਬਿਆਂ ਕੋਲ ਜਾਓਗੇ ਉਹ ਤੁਹਾਨੂੰ ਕਹਿਣਗੇ ਸਾਡੇ ਕੋਲ 4 ਐਤਵਾਰ ਚੌਂਕੀਆਂ ਭਰੋ। ਕਿਸੇ ਹੋਰ ਕੋਲ ਜਾਓਗੇ ਤੇ ਉਹ ਕਹਿਣਗੇ ਤੁਹਾਨੂੰ ਭੂਤ ਚੰਬੜਿਆ। ਵਡਭਾਗ ਸਿੰਘ ਦੇ ਡੇਰੇ ਜਾਓਗੇ ਉਹ ਕਹਿਣਗੇ ਤੁਹਾਨੂੰ ਚੜੇਲ ਚੰਬੜ ਗਈ ਹੈ, ਕਿਤੇ ਕੋਈ ਹੋਰ, ਕਿਤੇ ਕੋਈ ਹੋਰ। ਅਸੀਂ ਹੁਣ ਸੁਣ ਕੀ ਰਹੇ ਹਾਂ? ਨਾਮ ਦੀ ਤੇ ਗੱਲ ਹੀ ਨਹੀਂ ਸੁਣੀ। ਨਾਮ ਮਤਲਬ ਹੁਕਮ, ਹੁਕਮ ਦੀ ਤੇ ਗੱਲ ਹੀ ਨਹੀਂ ਸੁਣੀ। ਜੇ ਅਸੀਂ ਹੁਕਮ ਦੀ ਗੱਲ ਸੁਣੀ ਹੁੰਦੀ, ਹੁਕਮ ਮੀਨ ਸਿਸਟਮ, ਸਾਨੂੰ ਪਤਾ ਹੁੰਦਾ ਕਿ ਸਾਡੇ ਸੁੱਖਾਂ ਵਾਸਤੇ ਇਹ ਚੀਜ਼ ਰਿਕੁਆਇਰਮੈਂਟ ਹੈ, ਤਾਂ ਸਾਡੇ ਸੁੱਖ ਸਾਨੂੰ ਮਿਲਣਗੇ। ਰਿਕੁਆਇਰਮੈਂਟ ਹੈ ਨਾ ਹੁਕਮ। ਤੇ ਜੇ ਅਸੀਂ ਉਹ ਰਿਕੁਆਇਰਮੈਂਟ ਪੂਰੀ ਕੀਤੀ ਹੁੰਦੀ ਤਾਂ ਸਾਡੀ ਜ਼ਿੰਦਗੀ ਅੰਦਰ ਸੁੱਖ ਸ਼ਾਂਤੀ ਆ ਜਾਣੀ ਸੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੀਵ ਪ੍ਰਭੂ ਦੇ ਹੁਕਮ ਵਿੱਚ ਜੁੜ ਕੇ, ਉਹਦਾ ਹੁਕਮ ਕੰਨੀ ਸੁਣ ਕੇ ਵਿਕਾਰਾਂ ਤੋਂ ਬਚ ਜਾਂਦਾ ਹੈ। ਪਰ ਕਿਰਪਾ ਜਿਸ ਆਪਨੇ ਨਾਮ ਲਾਏ, ਇਹਨੂੰ ਆਪਣੇ ਨਹੀਂ ਪੜਨਾ, ਐੜੇ ਦੇ ਨਾਲ ਕੰਨਾ ਬੁਲਾਉਣਾ ਹੈ ਆਪਨੇ, ਤੇ ਆਪਨੇ ਵੀ ਨਹੀਂ ਪੜਨਾ, ਨੰਨੇ ਦੇ ਨਾਲ ਦੁਲਾਵਾਂ ਨੇ ਆਪਨੇ। ਕਰ ਕਿਰਪਾ ਜਿਸ ਆਪਨੇ ਨਾਮ ਲਾਏ, ਨਾਮ ਦੇ ਮੰਮੇ ਨਾਲ ਸਿਹਾਰੀ, ਨਾਮ ਵਿੱਚ, ਹੁਕਮ ਵਿੱਚ। ਮਿਹਰ ਕਰਕੇ ਜਿਸ ਨੂੰ ਪ੍ਰਭੂ ਆਪਣੇ ਹੁਕਮ ਵਿੱਚ ਜੋੜਦਾ ਹੈ, ਹੁਕਮ ਦੇ ਵਿੱਚ ਲਾਂਦਾ ਹੈ, ਯਾਨੀ ਜਿਹੜਾ ਇਨਸਾਨ ਰੱਬੀ ਹੁਕਮ ਦੇ ਅੰਦਰ ਜ਼ਿੰਦਗੀ ਜੀਂਦਾ ਹੈ, ਰਹਿਮਤ ਕਰਕੇ ਜਿਸ ਨੂੰ ਆਪਣੇ ਹੁਕਮ ਦੇ ਅੰਦਰ ਤੋਰਦਾ ਹੈ, ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ। ਚੌਥੇ ਪਦ ਦਾ ਮਤਲਬ ਹੈ ਤਿੰਨਾਂ ਗੁਣਾ ਤੋਂ ਉੱਤੇ ਜੋ ਅਵਸਥਾ ਬਣਦੀ ਹੈ, ਉਹਨੂੰ ਚੌਥਾ ਪਦ ਕਿਹਾ ਜਾਂਦਾ ਹੈ, ਯਾਨੀ ਮਾਇਆ ਦੇ ਅਸਰ ਤੋਂ ਉਤਲੀ ਹਾਲਾਤ। ਇਹ ਚੀਜ਼ ਨੂੰ ਆਪਾਂ ਥੋੜਾ ਜਿਹਾ ਸਮਝਣਾ ਹੈ, ਕਿਉਂਕਿ 2-4 ਲਫ਼ਜ਼ ਨੇ ਜਿਨ੍ਹਾਂ ਕਰਕੇ ਬੰਦਾ ਕਾਫੀ ਇਮੋਸ਼ਨਲ ਬਲੈਕਮੇਲ ਕੀਤਾ ਜਾ ਰਿਹਾ ਹੈ। ਜਿਵੇਂ ਫਲਾਂ ਬਾਬੇ ਦੀ ਅਵਸਥਾ ਬੜੀ ਉੱਚੀ ਹੈ। ਹੁਣ ਇੱਥੇ ਅਵਸਥਾ ਜਿਹੜੀ ਹੈ ਉਹਦੀ ਇੰਟਰਪ੍ਰੀਟੇਸ਼ਨ ਆਪਣੇ ਹਿਸਾਬ ਦੇ ਨਾਲ ਕਰਕੇ ਫਿਰ ਉਹਨੂੰ ਬਾਬਾ ਬਣਾ ਲਿਆ ਜਾਂਦਾ ਹੈ, ਜਾਂ ਫਲਾਂ ਬਾਬਾ ਬੜਾ ਕਮਾਈ ਵਾਲਾ ਹੈ। ਹੁਣ ਜੇ ਪੁੱਛੀ ਵੀ ਕਮਾਈ ਵਾਲਾ ਕਿਹੜਾ, ਕੰਮ ਤੇ ਕਦੀ ਕਰਦਿਆਂ ਨੂੰ ਵੇਖਿਆ ਨਹੀਂ। ਬਾਬਾ ਜੀ ਕੰਮ ਤੇ ਕੋਈ ਵੀ ਨਹੀਂ ਕਰਦੇ, ਹੈ ਤੇ ਵਿਹਲੇ ਹੀ ਨੇ, ਲੇਕਿਨ ਅਸੀਂ ਕਮਾਈ ਵਾਲੇ ਕਹਿ ਦਿੰਦੇ ਹਾਂ ਨਾ। ਤਾਂ ਇਹ ਕਮਾਈ ਸ਼ਬਦ ਜਿਹੜਾ ਹੈ, ਹੁਣ ਇਹਦੀ ਇੰਟਰਪ੍ਰੀਟੇਸ਼ਨ ਜਿਹੜੀ ਹੈ ਉਹ ਡਿਪੈਂਡ ਕਰੇਗਾ ਕਿ ਇੰਟਰਪ੍ਰੀਟੇਸ਼ਨ ਇਹਦੀ ਕੀ ਹੈ, ਕਿ ਇਹਦੀ ਅਸੀਂ ਇੰਟਰਪ੍ਰੀਟੇਸ਼ਨ ਕੀ ਕਰਾਂਗੇ, ਉਹਦੇ ਤੇ ਡਿਪੈਂਡ ਕਰੇਗਾ। ਇਸੇ ਤਰ੍ਹਾਂ ਇੱਥੇ ਚੌਥਾ ਪਦ ਹੈ, ਤਾਂ ਇਹਦੀ ਇੰਟਰਪ੍ਰੀਟੇਸ਼ਨ ਜਿਹੜੀ ਹੈ ਉਹ ਗੁਰਮਤਿ ਆਸ਼ੇ ਅਨੁਸਾਰ ਜੇ ਹੋਏਗੀ, ਫਿਰ ਤਾਂ ਸਾਨੂੰ ਇੱਥੋਂ ਕੁਛ ਲਾਭ ਹੋਏਗਾ। ਜੇ ਇੱਥੇ ਇੰਟਰਪ੍ਰੀਟੇਸ਼ਨ ਕਰ ਦਿੱਤੀ ਵੀ 10ਮ ਦੁਆਰ ਵਿੱਚ ਪ੍ਰਾਣ ਚੜਾਉਣ ਵਾਲੀ ਜਾਂ ਕੋਈ ਹੋਰ, ਤਾਂ ਪ੍ਰੋਬਲਮ ਕ੍ਰੀਏਟ ਹੋ ਜਾਏਗੀ। ਇਸ ਲਈ
ਚੌਥੇ ਪਦ ਤੋਂ ਪਹਿਲਾਂ ਤਿੰਨ ਗੁਣਾਂ ਨੂੰ ਸਮਝਣ ਦੀ ਲੋੜ ਹੈ। ਜਿਹੜਾ ਤਿੰਨਾਂ ਗੁਣਾਂ ਤੋਂ ਪਾਰ ਜਾਂਦਾ ਹੈ ਉਹ ਚੌਥੇ ਅਵਸਥਾ ਵਿੱਚ ਚਲਾ ਜਾਂਦਾ ਹੈ। ਚੌਥੇ ਪਦ ਦਾ ਮਤਲਬ ਹੈ ਕਿ ਮਾਇਆ ਦੀ ਅਸਰ ਤੋਂ ਨਿਰਲੇਪ ਜਿਹੜੀ ਉੱਚੀ ਸੋਚ ਹੈ, ਮਾਇਆ ਤੋਂ ਉੱਚੀ ਸੋਚ, ਉਹਨੂੰ ਚੌਥਾ ਪਦ ਕਹਿੰਦੇ ਨੇ। ਤੇ ਇਹਨੂੰ ਸਮਝ ਲਈਏ ਆਪਾਂ ਥੋੜਾ ਜਿਹਾ। ਰਾਜਗੁਣ, ਤਮਗੁਣ ਔਰ ਸਤਗੁਣ, ਇਹ ਤਿੰਨ ਮਾਇਆ ਦੇ ਗੁਣ ਮੰਨੇ ਗਏ ਨੇ। ਇਹਨਾਂ ਨੂੰ ਅਸੀਂ ਸਿੰਪਲ ਤਰੀਕੇ ਨਾਲ ਸਮਝਣਾ ਹੈ, ਜਿਹਦੇ ਨਾਲ ਸਾਨੂੰ ਆਪਣੀ ਪੇਂਡੂ ਭਾਸ਼ਾ ਵਿੱਚ ਤੇ ਬੜੇ ਪਿਆਰ ਨਾਲ, ਆਸਾਨੀ ਦੇ ਨਾਲ ਇਹ ਚੀਜ਼ਾਂ ਸਮਝ ਆ ਜਾਣ, ਆਪਣੇ ਜੀਵਨ ਨਾਲ ਰਿਲੇਟ ਕਰਕੇ। ਰਾਜਗੁਣ ਦਾ ਮਤਲਬ ਉਹ ਕਰਮ ਜੋ ਲਾਲਚ ਵਸ ਅਸੀਂ ਕਰਦੇ ਹਾਂ, ਲਾਲਚ ਦੇ ਅਧੀਨ ਕੀਤੇ ਹੋਏ ਕਰਮ, ਇਹ ਰਾਜਗੁਣ ਵਿੱਚ ਆ ਜਾਂਦੇ ਨੇ। ਤੇ ਲਾਲਚ ਦਾ ਮਤਲਬ ਕੰਮ ਕਰਨਾ ਨਹੀਂ ਹੁੰਦਾ। ਲੋਭ ਜਾਂ ਲਾਲਚ ਦਾ ਮਤਲਬ ਹੈ ਅਪ੍ਰਾਪਤ ਵਸਤੂ ਨੂੰ ਨਜਾਇਜ਼ ਢੰਗਾਂ ਦੇ ਨਾਲ ਪ੍ਰਾਪਤ ਕਰਨਾ, ਉਹਨੂੰ ਲਾਲਚ ਕਹਿੰਦੇ ਨੇ। ਇੱਕ ਤਾਂ ਹੈ ਮੈਨੂੰ ਕਮੀਜ਼ ਪਜਾਮਾ ਚਾਹੀਦਾ ਹੈ ਕਿਉਂਕਿ ਮੇਰੀ ਲੋੜ ਹੈ, ਗਰਮੀ ਸਰਦੀ ਤੋਂ ਬਚਣ ਲਈ, ਸਰੀਰ ਢੱਕਣ ਲਈ ਕੱਪੜੇ ਚਾਹੀਦੇ ਨੇ। ਹੁਣ ਹੱਕ ਤਾਂ ਮੇਰਾ ਇਹ ਹੈ ਕਿ ਮੈਂ ਆਪਣਾ ਜੋ ਵੀ ਕੰਮ ਕਰਦਾ ਹਾਂ ਇਮਾਨਦਾਰੀ ਦੇ ਨਾਲ, ਉਸ ਇਮਾਨਦਾਰੀ ਦੇ ਕੰਮ ਦੇ ਵਿੱਚੋਂ ਜੋ ਮੇਰੇ ਕੋਲ 4 ਪੈਸੇ ਬਣੇ ਨੇ ਉਹਦੇ ਨਾਲ ਮੈਂ ਆਪਣੇ ਕੱਪੜੇ ਲਵਾਂ। ਜਿੰਨੀ ਮੇਰੇ ਕੋਲ ਗੁੰਜਾਇਸ਼ ਹੈ, ਚੰਗੇ ਕੱਪੜਿਆਂ ਦੀ ਗੁੰਜਾਇਸ਼ ਹੈ ਤਾਂ ਮੈਂ ਚੰਗੇ ਲੈ ਲਵਾਂ, ਮੀਨਸ ਕਿਸੇ ਬ੍ਰਾਂਡਡ ਕੱਪੜੇ ਲੈ ਲਵਾਂ। ਤੇ ਜੇ ਮੇਰੇ ਕੋਲ ਗੁੰਜਾਇਸ਼ ਨਹੀਂ ਤਾਂ ਮੈਂ ਕਿਸੇ ਆਮ ਸਾਧਾਰਨ ਕੰਪਨੀ ਦੇ ਕੱਪੜੇ ਲੈ ਲਵਾਂ, ਲੇਕਿਨ ਬੇਈਮਾਨੀ ਨਾ ਕਰਾਂ, ਠੱਗੀ ਨਾ ਕਰਾਂ। ਸੱਚ ਨੂੰ ਆਧਾਰ ਬਣਾ ਕੇ 10 ਨਵਾਂ ਦੀ ਇਮਾਨਦਾਰੀ ਦੀ ਕਿਰਤ ਕਮਾਈ ਦੇ ਨਾਲ ਮੈਂ ਆਪਣੀਆਂ ਲੋੜਾਂ ਪੂਰਾ ਕਰਾਂ। ਲੇਕਿਨ ਨਜਾਇਜ਼ ਢੰਗਾਂ ਦੇ ਨਾਲ ਲੋੜਾਂ ਪੂਰੀਆਂ ਕਰਨ ਦਾ ਨਾਮ ਲਾਲਚ ਹੈ। ਕਿ ਮੈਂ ਮਹਿੰਗੇ ਕੱਪੜੇ ਲਵਾਂ ਲੇਕਿਨ ਚੋਰੀ ਕਰਕੇ, ਬੇਈਮਾਨੀ ਕਰਕੇ, ਠੱਗੀ ਕਰਕੇ, ਇਹਨੂੰ ਅਸੀਂ ਲਾਲਚ ਕਵਾਂਗੇ। ਤਾਂ ਰਾਜਗੁਣ ਦਾ ਮਤਲਬ ਲਾਲਚ ਦੇ ਅਧੀਨ ਕੀਤੇ ਗਏ ਕਰਮ। ਦੂਜਾ ਹੈ ਤਮਗੁਣ। ਤਮਗੁਣ ਦਾ ਮਤਲਬ ਹੁੰਦਾ ਹੈ ਹਨੇਰਾ, ਅਗਿਆਨਤਾ। ਅਗਿਆਨਤਾ ਦੇ ਅੰਦਰ ਬੇਸਮਝੀ ਵਿੱਚ ਕੀਤੇ ਹੋਏ ਕਰਮ, ਬੇਸਮਝੀ ਵਾਲੇ ਕਰਮ। ਦੇਖੋ ਦੁਨੀਆ ਵਿੱਚ 3 ਤਰ੍ਹਾਂ ਦੇ ਲੋਕ ਨੇ। ਇੱਕ ਤੇ ਉਹ ਨੇ ਜੋ ਲਾਲਚ ਅਧੀਨ ਪਾਪ ਕਰਮ ਕਰੀ ਜਾ ਰਹੇ ਨੇ, ਲੋਕਾਂ ਦੀ ਪ੍ਰਾਪਰਟੀ ਖਾ ਰਹੇ ਨੇ, ਕਤਲਾਮ ਕਰ ਰਹੇ ਨੇ। ਕੋਈ ਬੰਦਾ ਮਾਰਨਾ ਪੈਂਦਾ ਪੈਸੇ ਵਾਸਤੇ ਤੂੰ ਸੰਕੋਚ ਨਹੀਂ ਕਰਦੇ, ਕੁਰਸੀ ਵਾਸਤੇ ਕੋਈ 10 ਵੀ ਬੰਦਿਆਂ ਦੀ ਹੱਤਿਆ ਕਰਨੀ ਜਾਂ ਕਰਾਣੀ ਪੈਂਦੀ ਤੂੰ ਸੰਕੋਚ ਨਹੀਂ ਕਰਦੇ। ਲਾਲਚ ਅਧੀਨ ਕੁਝ ਲੋਕ ਐਸੀ ਜ਼ਿੰਦਗੀ ਜੀ ਰਹੇ ਨੇ, ਉਹਨਾਂ ਨੇ ਇਨਸਾਨੀਅਤ ਗਵਾ ਲਈ ਆਪਣੇ ਅੰਦਰੋਂ, ਬੇਗਾਨੇ ਹੱਕ ਖਾ ਰਹੇ ਨੇ, ਕਿਸੇ ਵੀ ਰੂਪ ਵਿੱਚ ਖਾ ਰਹੇ ਨੇ, ਰਾਜਗੁਣੀ ਨੇ। ਦੂਜੇ ਨੇ ਤਮਗੁਣੀ, ਜਿਨ੍ਹਾਂ ਦੇ ਵਿੱਚ ਕ੍ਰੋਧ ਔਰ ਅਗਿਆਨਤਾ ਭਰੇ ਕਰਮ। ਜਿੰਨੇ ਵੀ ਆ ਤੀਰਥਾਂ ਤੇ ਇਸ਼ਨਾਨ ਔਰ ਜਿੰਨੇ ਵੀ ਆ ਕਰਮ ਕਾਂਡ ਨੇ, ਇਹ ਸਭ ਅਗਿਆਨਤਾ ਵਸ ਕੀਤੇ ਹੋਏ ਕਰਮ ਹੀ ਨੇ ਨਾ। ਵਰਤਨ ਰਾਤੇ, ਸਰਾਧ ਵਗੈਰਾ ਵਗੈਰਾ ਜੋ ਵੀ ਕੁਛ ਹੈ ਵੇ, ਇਹਨਾਂ ਦਾ ਕੋਈ ਲਾਭ ਹੈ? ਹਾਂ, ਅਸੀਂ ਸ਼ਰਧਾ ਦੇ ਨਾਲ ਕਰੀ ਜਾਵੀਏ, ਉਹ ਕਿਸੇ ਦੀ ਆਪਣੀ ਟਰੁੱਥ ਦੇ ਬੇਸ ਤੇ, ਸੱਚਾਈ ਦੇ ਬੇਸ ਤੇ ਜਦੋਂ ਅਸੀਂ ਪਰਖਾਂਗੇ ਤਾਂ ਜੋ ਅਸੀਂ ਧਰਮ ਸਮਝ ਕੇ ਕਰਮ ਕਰ ਰਹੇ ਹਾਂ ਉਹਨਾਂ ਦਾ ਸਾਨੂੰ ਕੋਈ ਲਾਭ ਨਹੀਂ ਹੈ। ਅਸੀਂ ਤੀਰਥਾਂ ਤੇ ਨਹਾ ਰਹੇ ਹਾਂ ਨਾ ਕਿ ਸਾਡੇ ਪਾਪ ਕੱਟੇ ਜਾਣਗੇ। ਪਾਣੀ ਪਾਣੀ ਮੈਲ ਲੈ ਜਾਏਗੀ, ਸਰੀਰਕ ਤੌਰ ਤੇ ਸਫਾਈ ਹੋ ਜਾਏਗੀ। ਪਰ ਜੇ ਕੋਈ ਇਹ ਸਮਝੇ ਕਿ ਮੇਰੇ ਪਾਪ ਕੱਟੇ ਜਾਣਗੇ ਤਾਂ ਇਹ ਇੱਕ ਅਗਿਆਨਤਾ ਭਰਿਆ ਕਰਮ ਹੋਏਗਾ। ਜੇ ਵਰਤ ਰੱਖਣ ਦੇ ਨਾਲ ਦੇਖੋ ਸਿਹਤ ਠੀਕ ਹੋ ਸਕਦੀ ਹੈ। ਜੇ ਕੋਈ ਬੰਦਾ ਹਫਤੇ ਵਿੱਚ ਇੱਕ ਅੱਧੀ ਵਾਰੀ ਰੋਟੀ ਨਹੀਂ ਖਾਂਦਾ ਜਾਂ 2-4 ਦਿਨ, 5-10 ਦਿਨ ਨਹੀਂ ਖਾਂਦਾ, ਸਿਹਤ ਨੂੰ ਮੁੱਖ ਰੱਖ ਕੇ, ਤਾਂ ਉਹ ਇੱਕ ਵੱਖਰਾ ਟੌਪਿਕ ਹੈ ਕਿ ਸਰੀਰ ਦੀ ਜਿਹੜੀ ਪਾਚਨ ਕਿਰਿਆ ਹੈ ਉਹ ਠੀਕ ਹੋਏਗੀ। ਇੱਕ ਵੱਖਰੀ ਗੱਲ ਹੈ। ਲੇਕਿਨ ਜੇ ਕੋਈ ਵਰਤ ਇਸ ਕਰਕੇ ਰੱਖੇ ਕਿ ਰੱਬ ਖੁਸ਼ ਹੋਏਗਾ, ਮੈਨੂੰ ਮੁਕਤੀ ਮਿਲੇਗੀ, ਮਰਨ ਤੋਂ ਬਾਅਦ ਮੈਨੂੰ ਸਵਰਗ ਮਿਲੇਗਾ, ਤਾਂ ਇਹ ਇੱਕ ਅਗਿਆਨਤਾ ਭਰਿਆ ਕਰਮ ਹੋਏਗਾ। ਤਾਂ ਐਸੇ ਅਗਿਆਨਤਾ ਭਰੇ ਕਰਮ, ਔਰ ਫਿਰ ਜਦੋਂ ਕਿਸੇ ਅਗਿਆਨਤਾ ਭਰੇ ਕਰਮ ਕਰਨ ਵਾਲੇ ਨੂੰ ਬਾਈ ਦੀ ਵੇ ਕਹਿ ਦਿਓ ਨਾ, ਉਹ ਤੁਹਾਡੇ ਗਲ ਪੈ ਜਾਏਗਾ, ਨਾਲ ਦੇ ਨਾਲ ਟੁੱਟ ਕੇ ਪੈ ਜਾਏਗਾ। ਤੁਸੀਂ ਕਿਸੇ ਕਰਮ ਕਾਂਡ ਦੇ ਖਿਲਾਫ ਬੋਲ ਕੇ ਦੇਖੋ, ਡਾਂਗਾ ਵਾਲੇ ਫਿਰ ਵੇਖੋ ਕਿਵੇਂ ਹੁੰਦੇ ਨੇ। ਡਾਂਗਾ ਵਾਲੇ, ਕਿਉਂਕਿ ਅਸੀਂ ਤੇ ਇਸ ਮਹਿਕਮੇ ਵਿੱਚ ਵਿਚਰ ਰਹੇ ਹਾਂ ਨਾ, ਕਿਵੇਂ ਕ੍ਰੋਧ ਚੜਦਾ ਹੈ। ਉਹਦਾ ਰੀਜ਼ਨ ਹੈ, ਜਦੋਂ ਕਿਸੇ ਨੂੰ ਕ੍ਰੋਧ ਚੜਦਾ ਨਾ, ਝੂਠਾ ਹੁੰਦਾ ਬੰਦਾ। ਜੇ ਕੋ ਬੋਲੇ ਸੱਚ, ਕੂੜਾ ਜਲ ਜਾਵਈ।
ਜਦੋਂ ਸੱਚ ਬੋਲੋਗੇ ਤੇ ਜਿਹੜਾ ਝੂਠਾ ਬੰਦਾ ਹੈ ਨਾ, ਉਹ ਸੜ ਬਲ ਕੇ ਸਵਾਹ ਹੋ ਜਾਏਗਾ। ਕਿਉਂ? ਕਿ ਉਹਦਾ ਪਰਦਾ ਫਾਸ਼ ਹੋ ਰਿਹਾ ਹੈ, ਉਹਦਾ ਝੂਠ ਪ੍ਰਗਟ ਹੋ ਰਿਹਾ ਹੈ, ਜੋ ਲੋਕਾਂ ਨੂੰ ਲੁੱਟ ਰਿਹਾ ਹੈ ਝੂਠ ਦੇ ਨਾਮ ਤੇ, ਉਹ ਪ੍ਰਗਟ ਹੋ ਰਿਹਾ ਹੈ। ਸਾਚ ਕਹੇ ਤੇ ਛੋ ਆਵੇ, ਛੋ ਦਾ ਮਤਲਬ ਗੁੱਸਾ। ਸੱਚ ਕਹੋ ਤੇ ਗੁੱਸਾ ਆਏਗਾ ਬੰਦੇ ਨੂੰ। ਇਹ ਨੇ ਸਾਰੇ ਤਮੋ ਗੁਣੀ। ਦੂਜਾ ਹੋ ਗਿਆ ਤਮ ਗੁਣ। ਪਹਿਲਾ ਲਾਲਚ ਅਧੀਨ ਕੀਤੇ ਕਰਮ, ਦੂਜਾ ਅਗਿਆਨਤਾ ਦੇ ਅਧੀਨ ਕੀਤੇ ਹੋਏ ਕਰਮ, ਕ੍ਰੋਧ ਵਗੈਰਾ ਔਰ ਜਿੰਨੇ ਵੀ ਆ ਕਰਮ ਕਾਂਡ ਨੇ, ਇਹ ਦੂਜੇ ਇਸ ਤਰ੍ਹਾਂ ਦੇ ਲੋਕ ਨੇ। ਤੇ ਤੀਜੇ ਲੋਕ ਉਹ ਨੇ ਜਿਨ੍ਹਾਂ ਨੇ ਤਿਆਗ ਕਰ ਦਿੱਤਾ ਸੰਸਾਰ ਦਾ, ਉਹ ਕੰਮਕਾਰੀ ਛੱਡ ਹੀ ਗਏ। ਨਾ ਲਾਲਚ, ਨਾ ਅਗਿਆਨਤਾ ਭਰੇ ਕਰਮ, ਉਹ ਸੰਸਾਰ ਨੂੰ ਛੱਡ ਗਏ, ਕੰਮ ਹੀ ਕਰਨਾ ਛੱਡ ਦਿੱਤਾ, ਬਾਬੇ ਬਣ ਗਏ, ਤਿਆਗੀ ਹੋ ਗਏ। ਨਾ ਭੈਣਾ ਭਰਾਵਾਂ ਵਾਲੇ ਫਰਜ਼ ਨਿਭਾਏ, ਨਾ ਬੱਚਿਆਂ ਵਾਲੇ ਫਰਜ਼ ਨਿਭਾਏ, ਨਾ ਸਮਾਜ ਦੇ ਫਰਜ਼ ਨਿਭਾਏ, ਉਲਟਾ ਸਮਾਜ ਦੇ ਉੱਤੇ ਵਜਨ ਬਣ ਗਏ ਤੇ ਉਹਨੂੰ ਆਪਣੇ ਆਪ ਨੂੰ ਕਹਿ ਦਿੱਤਾ ਸਤੋ ਗੁਣੀ, ਕਿ ਮੈਂ ਤੇ ਜੀ ਸਤੋ ਗੁਣੀ ਆ, ਮੈਨੂੰ ਤੇ ਕੋਈ ਲਾਲਚ ਹੈ ਹੀ ਨਹੀਂ, ਮੈਂ ਕੋਈ ਕਰਮ ਕਰਨਾ ਹੀ ਨਹੀਂ, ਕੰਮ ਹੀ ਛੱਡਤਾ। ਸਿਰ ਦੇ ਵਿੱਚ ਸਵਾਹ ਮਲੀ ਹੈ, ਕੰਨ ਪੜਵਾਏ ਨੇ, ਤੁਰੇ ਫਿਰਦੇ ਨੇ। ਇਹ ਤਿੰਨੇ ਹੀ ਜੀਵਨ ਉਲਾਰੂ ਨੇ, ਬੈਲੈਂਸ ਜੀਵਨ ਨਹੀਂ ਹੈ। ਜੋ ਪਹਿਲਾ ਹੈ ਲਾਲਚ ਦੇ ਅਧੀਨ ਰਾਜਗੁਣ ਵਾਲਾ, ਉਹਦਾ ਜੀਵਨ ਬੈਲੈਂਸ ਵਿੱਚ ਨਹੀਂ ਹੈ, ਕਿਉਂਕਿ ਉਹ ਦੂਜਿਆਂ ਦੇ ਹੱਕ ਖਾਈ ਜਾ ਰਿਹਾ ਹੈ। ਦੂਜੇ ਬੰਦੇ ਦਾ ਜੀਵਨ ਵੀ ਬੈਲੈਂਸ ਨਹੀਂ, ਕ੍ਰੋਧ ਵਗੈਰਾ ਅਗਿਆਨਤਾ ਭਰੇ ਕਰਮ, ਉਲਾਰੂ ਜੀਵਨ। ਤੇ ਤੀਜੇ ਦਾ ਜੀਵਨ ਵੀ ਉਲਾਰੂ, ਕਿਉਂ ਛੱਡ ਹੀ ਗਿਆ ਹੈ। ਤੇ ਚੌਥਾ ਪਦ ਕੀ ਹੈ? ਰਹਿਣਾ ਸੰਸਾਰ ਵਿੱਚ ਹੀ ਹੈ। ਉਹ ਰਜੋਗੁਣੀ ਵੀ ਨਹੀਂ, ਉਹਨਾਂ ਦੇ ਅੰਦਰ ਲਾਲਚ ਨਹੀਂ ਹੈ, ਸੱਚ ਨੂੰ ਆਧਾਰ ਬਣਾ ਕੇ ਜ਼ਿੰਦਗੀ ਜੀ ਰਹੇ ਨੇ। ਉਹਨਾਂ ਦੇ ਅੰਦਰ ਅਗਿਆਨਤਾ ਵੀ ਨਹੀਂ ਹੈ, ਕਿ ਉਹ ਅਗਿਆਨਤਾ ਭਰੇ ਕਰਮ ਕਰੀ ਜਾ ਰਹੇ ਨੇ। ਤੇ ਉਹ ਸੰਸਾਰ ਨੂੰ ਤਿਆਗ ਕੇ ਵੀ ਨਹੀਂ ਗਏ, ਇਸ ਸੰਸਾਰ ਦੇ ਅੰਦਰ ਰਹਿ ਕੇ ਨਿਰਲੇਪ ਨੇ। ਅੰਜਨ ਮਹਿ ਨਿਰੰਜਨ ਰਹੀ ਹੈ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੇ ਸਾਣੇ, ਸੁਰਤ ਸ਼ਬਦ ਭਵਸਾਗਰ ਤਰੀਏ, ਨਾਨਕ ਨਾਮ ਵਖਾਣੇ। ਉਹ ਸੱਚ ਦੇ ਨਾਲ ਜੁੜ ਗਏ ਨੇ, ਸੱਚ ਨੂੰ ਬੇਸ ਬਣਾ ਕੇ ਜ਼ਿੰਦਗੀ ਜੀ ਰਹੇ ਨੇ, ਇਮਾਨਦਾਰੀ ਦੇ ਨਾਲ ਦਸਾਂ ਨਵਾਂ ਦੀ ਕਿਰਤ ਕਮਾਈ ਕਰ ਰਹੇ ਨੇ, ਵੰਡ ਕੇ ਛਕ ਰਹੇ ਨੇ। ਉਹਨਾਂ ਦਾ ਜੀਵਨ ਬੈਲੈਂਸ ਹੈ, ਬਿਲਕੁਲ ਕਿਸੇ ਦਾ ਹੱਕ ਨਹੀਂ ਖਾ ਰਹੇ, ਅਗਿਆਨਤਾ ਭਰੇ ਕਰਮ ਨਹੀਂ ਕਰ ਰਹੇ, ਸੰਸਾਰ ਨੂੰ ਛੱਡ ਕੇ ਵੀ ਨਹੀਂ ਦੌੜੇ, ਸਗੋਂ ਬੜੀ ਬਹਾਦਰੀ ਦੇ ਨਾਲ ਵਿਕਾਰਾਂ ਤੋਂ ਨਿਰਲੇਪ ਰਹਿ ਕੇ ਆਪਣੇ ਮਨੁੱਖੀ ਫਰਜ਼ਾਂ ਨੂੰ ਪੂਰੀਆਂ ਕਰ ਰਹੇ ਨੇ। ਉਹਨੂੰ ਕਹਿੰਦੇ ਨੇ ਚੌਥਾ ਪਦ। ਮਾਇਆ ਦੀ ਸੋਚ ਤੋਂ ਉਤਲੀ ਜੋ ਸੋਚ ਹੈ, ਉਹ ਸੋਚ। ਤੇ ਮਾਇਆ ਕੀ ਹੈ, ਇਹ ਆਪਾਂ ਪਹਿਲਾਂ ਬਹੁਤ ਵਾਰ ਵਿਚਾਰ ਕਰ ਚੁੱਕੇ ਹਾਂ। ਤੇ ਜਿੱਥੇ ਵੀ ਸ਼ਬਦ ਆਵੇ ਸਾਨੂੰ ਇਹ ਵਿਚਾਰ ਕਰਨੀ ਚਾਹੀਦੀ ਹੈ, ਜਿਸ ਕਰਕੇ ਸਾਨੂੰ ਇਹ ਪੱਕੇ ਤੌਰ ਤੇ ਚੀਜ਼ਾਂ ਯਾਦ ਹੋ ਜਾਣ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ, ਭਾਉ ਦੂਜਾ ਲਾਇਆ। ਜੋ ਮਾਇਆ ਦੇ ਤਿੰਨਾਂ ਗੁਣਾਂ ਵਿੱਚ ਵਿਚਰੇਗਾ, ਉਹਨੂੰ ਰੱਬ ਵੀ ਭੁੱਲਿਆ ਰਹਿਣਾ ਹੈ। ਉਹਦੇ ਅੰਦਰ ਸੈਲਫਿਸ਼ਨੈਸ ਵੀ ਹੋਏਗੀ, ਉਹਦੇ ਅੰਦਰ ਮੇਰ ਤੇਰ ਦੇ ਵਿਤਕਰੇ ਵੀ ਹੋਣਗੇ, ਉਹ ਕਥਨੀ ਔਰ ਕਰਨੀ ਦਾ ਪੂਰਾ ਵੀ ਨਹੀਂ ਹੋਏਗਾ। ਤੇ ਜਿਹੜਾ ਚੌਥੇ ਪਦ ਵਿੱਚ ਹੈ, ਉਹ ਰੱਬ ਦੇ ਅੰਦਰ ਅਪੇਦ, ਹਰ ਇੱਕ ਦੇ ਅੰਦਰ ਰੱਬ ਦਾ ਨੂਰ ਜ਼ਹੂਰ, ਉਹਦਾ ਜਲਵਾ ਵੇਖਦਾ ਹੋਇਆ, ਅਗਿਆਨਤਾ ਤੋਂ ਨਿਰਲੇਪ ਯਾਨੀ ਗਿਆਨ ਦੇ ਚਾਨਣੇ ਵਿੱਚ ਜਿਉਂਦਾ ਹੋਇਆ, ਉਹਦੇ ਵਿੱਚ ਮੇਰ ਤੇਰ ਦੇ ਵਿਤਕਰੇ ਨਹੀਂ ਹਨ। ਉਹ ਸਾਰਿਆਂ ਦੇ ਅੰਦਰ ਪ੍ਰਭੂ ਦੀ ਜੋਤ ਨੂੰ ਤੱਕਦਾ ਹੈ, ਸੱਚ ਨੂੰ ਆਧਾਰ ਬਣਾ ਕੇ ਰੱਬੀ ਹੁਕਮ ਦੇ ਅੰਦਰ ਚੱਲਦਾ, ਉਹ ਮਾਇਆ ਤੋਂ ਨਿਰਲੇਪ ਹੈ। ਇਹਨੂੰ ਕਹਿੰਦੇ ਨੇ ਚੌਥੀ ਅਵਸਥਾ। ਨਾਨਕ ਚੌਥੇ ਪਦ ਮੈਂ, ਜਿਹੜਾ ਇਹੋ ਜਿਹੀ ਜ਼ਿੰਦਗੀ ਜੀਂਦਾ ਹੈ, ਗਤ ਪਾਏ। ਗਤ ਦਾ ਮਤਲਬ ਗਤੀ, ਯਾਨੀ ਵਿਕਾਰਾਂ ਤੋਂ ਮੁਕਤੀ, ਦੁੱਖਾਂ ਤੋਂ ਖਲਾਸੀ, ਚਿੰਤਾ ਪਰੇਸ਼ਾਨੀਆਂ ਤੋਂ ਮੁਕਤੀ ਪਾ ਲੈਂਦਾ ਹੈ, ਉਹ ਬੰਦਾ ਮੁਕਤੀ ਪਾ ਲੈਂਦਾ ਹੈ। ਇੱਥੇ ਵੀ ਗੁਰੂ ਜੀ ਜੀਵਨ ਮੁਕਤੀ ਦਾ ਸਿਧਾਂਤ ਪੇਸ਼ ਕਰ ਰਹੇ ਨੇ, ਔਰ ਇਹ ਚੀਜ਼ਾਂ ਸਮਝਣ ਵਾਲੀਆਂ ਨੇ ਅੱਜ ਦੇ ਇਸ ਵਿਚਾਰ ਵਿੱਚ ਵੀ, ਕਿ ਰੱਬ ਦੇ ਸਾਰੇ ਥਾਂ ਨੇ, ਸਾਰੇ ਘਟ, ਸਾਰੇ ਵਜੂਦ ਉਹਦੇ ਨੇ, ਸਾਰੇ ਵਜੂਦਾਂ ਵਿੱਚ ਉਹ ਹੈ। ਅਨੇਕਾਂ ਢੰਗਾਂ ਦੇ ਨਾਲ ਇਸ ਸੰਸਾਰ ਦੇ ਅੰਦਰ ਪਸਰਿਆ ਹੋਇਆ ਹੈ, ਅਨੇਕਾਂ ਢੰਗਾਂ ਦੀ ਜੁਗਤੀ ਹੈ, ਜੀਵਨ ਦੀ ਜੁਗਤੀ ਹੈ, ਜੀਣ ਦੇ ਵੱਖਰੇ ਵੱਖਰੇ ਢੰਗ ਨੇ, ਇਲਾਕੇ ਮੁਤਾਬਕ, ਮੌਸਮ ਮੁਤਾਬਕ। ਕਿਤੇ ਜੇ ਅਫਰੀਕਾ ਵਗੈਰਾ ਦੇ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੈ, ਤਾਂ ਉੱਥੇ ਮਨੁੱਖਾਂ ਦਾ ਰੰਗ ਜਾਂ ਡੀਲ ਡੋਲ ਹੋਰ ਕਿਸਮ ਦਾ ਹੈ।
ਤੇ ਜਿਨ੍ਹਾਂ ਦੇਸ਼ਾਂ ਦੇ ਵਿੱਚ ਠੰਡਕ ਹੈ ਉੱਥੋਂ ਦੇ ਰੰਗ ਰੂਪ ਕੁਝ ਹੋਰ ਨੇ। ਯਾਨੀ ਅਨੇਕਾਂ ਢੰਗ ਅਨੇਕਾਂ ਤਰੀਕਿਆਂ ਦੀ ਇਹ ਸ੍ਰਿਸ਼ਟੀ ਹੈ, ਲੇਕਿਨ ਹੈ ਸਾਰੇ ਵਜੂਦ ਰੱਬ ਦੇ ਨੇ। ਸਾਰੀ ਦੁਨੀਆ ਵਿੱਚ ਰੱਬੀ ਹੁਕਮ ਹੈ ਤੇ ਜਿਹੜਾ ਬੰਦਾ ਇਸ ਹੁਕਮ ਨੂੰ ਸਮਝ ਲੈਂਦਾ ਹੈ, ਨਾਮ ਕੇ ਤਗਰ ਸਾਰੇ ਸਗਲੇ ਜੰਤ, ਜੋ ਨਾਮ ਬਾਰੇ ਸੁਣਦਾ ਹੈ, ਹੁਕਮ ਬਾਰੇ, ਨਾਮ ਮੀਨਸ ਹੁਕਮ ਬਾਰੇ ਸੁਣਦਾ ਹੈ, ਹੁਕਮ ਅਨੁਸਾਰ ਜ਼ਿੰਦਗੀ ਜੀਂਦਾ ਹੈ, ਆਖਿਰ ਉਹ ਫਿਰ ਇਸ ਅਵਸਥਾ ਤੇ ਪਹੁੰਚ ਜਾਂਦਾ ਹੈ। ਉਹਦਾ ਜੀਵਨ ਉਲਾਰੂ ਨਹੀਂ ਰਹਿੰਦਾ, ਉਹ ਰਾਜਗੁਣ ਤਨਗੁਣ ਸਤਗੁਣ ਤੋਂ ਉਤਾਂ ਉੱਠ ਜਾਂਦਾ ਹੈ ਔਰ ਵਿਕਾਰਾਂ ਤੋਂ, ਚਿੰਤਾਵਾਂ ਤੋਂ, ਮੇਰ ਤੇਰ ਤੋਂ, ਜਾਤੀਵਾਦ ਤੋਂ, ਇਹਨਾਂ ਤੋਂ ਉਹ ਮੁਕਤੀ ਹਾਸਲ ਕਰ ਲੈਂਦਾ ਹੈ। ਇਸੇ ਨੂੰ ਮੁਕਤੀ ਕਹਿੰਦੇ ਨੇ। ਮਰਨ ਤੋਂ ਬਾਅਦ ਕੋਈ ਮੁਕਤੀ ਨਹੀਂ ਹੈ। ਬੇਣੀ ਕਹੈ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਤਾਂ ਦੇਖੋ ਕਿੰਨਾ ਸੌਖਾ ਰਾਸਤਾ ਸਿੰਪਲ ਵੇ ਦੇ ਨਾਲ ਗੁਰਦੇਵ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ। ਕਿੰਨੇ ਅਸੀਂ ਮਹਾਨ ਹੋ ਸਕਦੇ ਹਾਂ, ਕਿੰਨੇ ਅਸੀਂ ਉੱਚੇ ਹੋ ਸਕਦੇ ਹਾਂ, ਸਾਡੀ ਸੁਰਤ ਕਿੰਨੀ ਉੱਚੀ ਹੋ ਸਕਦੀ ਹੈ, ਸੋਚ ਕਿੰਨੀ ਉੱਚੀ ਹੋ ਸਕਦੀ ਹੈ, ਸਾਡਾ ਆਪਣਾ ਜੀਵਨ, ਸਾਡਾ ਪਰਿਵਾਰ, ਸਾਡਾ ਇਹ ਸਮਾਜ ਕਿੰਨਾ ਸੁਹਾਵਣਾ ਹੋ ਸਕਦਾ ਹੈ ਜੇ ਅਸੀਂ ਗੁਰੂ ਦੀ ਪਾਵਨ ਬਾਣੀ ਨੂੰ ਸਮਝ ਕੇ ਜੀਵੀਏ ਔਰ ਆਪਣੀ ਇਹ ਪ੍ਰੋਬਲਮ ਖਤਮ ਕਰ ਦਈਏ ਕਿ ਜੇ ਅਗਲਾ ਨਾ ਮੰਨੇ, ਇਹ ਚੀਜ਼ ਨੂੰ ਖਤਮ ਕਰ ਦੋ, ਫਿਰ ਕੰਮ ਠੀਕ ਹੋ ਜਾਏਗਾ। ਤੇ ਜੇ ਤੁਸੀਂ ਅਗਲੇ ਨੂੰ ਮਨਾ ਕੇ ਫਿਰ ਮੰਨਣਾ ਹੈ, ਅਗਲੇ ਨੇ ਤੇ ਭਾਈ ਖੋਰੇ ਐਵੇਂ ਹੀ ਮਰਨਾ ਹੋਏ, ਫਿਰ ਸਾਨੂੰ ਵੀ ਐਵੇਂ ਹੀ ਮਰਨਾ ਪਵੇਗਾ। ਇਸ ਲਈ ਹਰ ਬੰਦਾ ਇਹ ਗੱਲ ਕਹਿਣੀ ਛੱਡ ਦੇਵੇ ਕਿ ਜੇ ਅਗਲਾ ਨਾ ਮੰਨੇ, ਨਹੀਂ ਮੰਨਦਾ ਨਾ ਮੰਨੇ, ਤੂੰ ਤੇ ਮੰਨ, ਤੈਨੂੰ ਤਾਂ ਨਹੀਂ ਕੋਈ ਰੋਕ ਰਿਹਾ ਨਾ। ਤਾਂ ਅਸੀਂ ਆਪਣੇ ਆਪ ਤੋਂ ਸ਼ੁਰੂ ਕਰਨਾ ਹੈ। ਹਰ ਇੱਕ ਨੇ, ਮੈਂ ਵੀ, ਤੁਸੀਂ ਵੀਰਾਂ ਭੈਣਾਂ ਨੇ ਵੀ। ਤੇ ਜੇ ਜ਼ਿਆਦਾ ਨਹੀਂ, ਘੱਟ ਤੋਂ ਘੱਟ ਜੋ ਅਸੀਂ ਕਲਾਸ ਵਿੱਚ ਵੀਰ ਭੈਣਾਂ ਕੰਟੀਨਿਊ ਪਾ ਰਹੇ ਹਾਂ, ਅਸੀਂ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ, ਬਾਰ-ਬਾਰ ਇਹ ਚੀਜ਼ਾਂ ਸਾਡੇ ਸਾਹਮਣੇ ਆ ਰਹੀਆਂ ਨੇ। ਤਾਂ ਅਸੀਂ ਸਾਰੇ ਵੀਰ ਭੈਣਾਂ ਆਪਣੇ ਤੋਂ ਸ਼ੁਰੂ ਕਰੀਏ, ਆਪਣੀ ਸੋਚ ਨੂੰ ਉਤਾਂ ਉਠਾਵੀਏ ਔਰ ਜੋ ਸਾਨੂੰ ਗੁਰਬਾਣੀ ਪੜ੍ਹ ਕੇ ਸੁਣ ਕੇ ਸਮਝ ਆਉਂਦਾ ਹੈ ਨਵਾਂ, ਉਸ ਨਵੀਨਤਾ ਨੂੰ ਧਾਰਨ ਕਰੀਏ ਤੇ ਜਿਹੜੀਆਂ ਕੁਝ ਗਲਤੀਆਂ ਨੇ, ਚਾਹੇ ਉਹ ਜਾਣਬੁੱਝ ਕੇ ਸਨ ਜਾਂ ਅਣਜਾਣਪੁਣੇ ਵਿੱਚ ਸਨ, ਉਹਨਾਂ ਨੂੰ ਛੱਡ ਦਈਏ, ਅੱਜ ਤੋਂ ਯੂ ਟਰਨ ਲੈ ਲਈਏ, ਸਾਡੀ ਜ਼ਿੰਦਗੀ ਸੁਹਾਵਣੀ ਹੋ ਜਾਏ, ਅਸੀਂ ਇਸ ਸਮਾਜ ਨੂੰ ਸੁਹਾਵਣਾ ਬਣਾਉਣ ਦੇ ਅੰਦਰ ਯੋਗਦਾਨ ਪਾਈਏ।